ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸਾਹਾਂ ਪਾਤਿਸਾਹੋ, ਨਿਹਚਲ ਚੌਰ ਛਤ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਤੁਮਰੀ ਮਹਿਮਾ ਅਪਰ ਅਪਾਰਾ, ਜਾ ਕਾ ਲਹਿਓ ਨਾ ਕਿਨਹੂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ, दीन दयाल गरीब निवाजा। ऐसे लाल तुझ बिन कौन करे, गरीब निवाज गुसैया मेरा। माथे शतर धरै, जाकी शोध जगत को लागै। ता पर तुही ठहरै, नीच है ऊंच करै मेरा गोबिंद। काहू ते ना डरै, सो कहो टल गुर सेविया। अहनिस सहज सुभाए, दर्शन परसे गुरु का। जन्म मरण दुख जाए। वाहिगुरु साहिब जी। ज्ञान गवाया दूजा पाया, गर्भ गले दिख खाया। गुर रस गीत बात नहीं भावै सुनिए, गहर गंभीर गवाया। गुर सच कहिया ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ। ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪਿਆਇਆ। ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ। ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ
ਜਾ ਹਰ ਪੀਰ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਮੁਕਤੀ ਦਾਤੇ ਤਖਤ ਚੌਰ ਛਤਰ ਦੇ ਮਾਲਕ ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਮਿਹਰਬਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ ਸਤਿਗੁਰਾਂ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਸਵਈਏ, ਸ੍ਰੀ ਚੌਪਈ ਸਾਹਿਬ ਤੇ ਸੰਪੂਰਨ ਸ੍ਰੀ ਆਨੰਦ ਸਾਹਿਬ। ਉਪਰੰਤ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ ਹੈ। ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤ ਦਰਸ਼ਨ ਬਖਸ਼ਿਸ਼ ਕੀਤੇ। ਲੜੀਵਾਰ ਰੂਪ ਦੇ ਵਿੱਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੱਖਣੀ ਓੰਕਾਰ ਬਾਣੀ ਦੁਆਰਾ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਇਸ ਪਵਿੱਤਰ ਬਾਣੀ ਦੇ ਚੌਥੀ ਪੌੜੀ ਦੁਆਰਾ ਬਖਸ਼ਿਸ਼ ਕਰ ਰਹੇ ਹਨ। 930 ਅੰਗ ਤੇ ਜਿਸ ਪੌੜੀ ਦੀ ਕੱਲ ਆਪਾਂ ਵਿਚਾਰ ਸਾਂਝੀ ਕੀਤੀ ਸੀ, ਤੀਸਰੀ ਪੌੜੀ ਦੀ, ਉਸ ਦੀਆਂ ਅਖੀਰਲੀਆਂ ਪੰਕਤੀਆਂ ਆਈਆਂ ਸੀ। ਧਨ ਧਰਣੀ ਧਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ। ਔਰ ਇਸ ਪਵਿੱਤਰ ਪੰਕਤੀ ਦੀ ਕੁਝ ਵਿਚਾਰ ਬੇਨਤੀ ਕਰਨੀ ਰਹਿ ਗਈ ਸੀ ਕੱਲ, ਕਿਉਂਕਿ ਸਮੇਂ ਦੀ ਸਮਾਪਤੀ ਹੋ ਗਈ ਸੀ। ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ। ਇੱਥੇ ਤੀਸਰੀ ਪੌੜੀ ਇਹ ਓੰਕਾਰ ਬਾਣੀ ਦੀ ਸਮਾਪਤ ਹੁੰਦੀ ਹੈ। ਤਾਂ ਇਸ ਪਾਵਨ ਪਵਿੱਤਰ ਪੰਕਤੀ ਦਾ ਅਰਥ ਮਹਾਰਾਜ ਸਾਹਿਬ ਜੀ ਨੇ ਦੱਸਿਆ, ਸਮਝਾਇਆ ਆਪਣੇ ਖਾਲਸੇ ਨੂੰ ਕਿ ਕਰਤੇ ਪੁਰਖ ਦੀ ਮਿੱਤ ਜੋ ਮਰਿਆਦਾ ਹੈ ਉਸ ਨੂੰ ਕਰਤਾ ਪੁਰਖ ਆਪ ਜਾਣਦਾ ਹੈ। ਕਹਿ ਦਾ ਅਰਥ ਹੈ ਜਾਂ ਗੁਰੂ ਸੂਰਮਾ ਜਾਣਦਾ, ਸਤਿਗੁਰੂ ਸੂਰਮੇ ਜਾਣਦੇ ਹਨ। ਸੂਰਾ ਦਾ ਅਰਥ ਸੂਰਮਾ ਵੀ ਹੈ ਤੇ ਸੂਰਾ ਦਾ ਅਰਥ ਸੂਰਜ ਵੀ ਹੈ। ਗੁਰੂ ਸਾਹਿਬ ਜੀ ਸੂਰਮੇ, ਸਤਿਗੁਰੂ ਸੂਰਮਾ ਜਾਣਦਾ ਹੈ ਕਰਤੇ ਪੁਰਖ ਦੀ ਮਰਿਆਦਾ ਨੂੰ। ਗੁਰੂ ਜੋ ਸੂਰਾ ਸੂਰਜ ਦੀ ਨਿਆਈ ਹੈ, ਜੋ ਮਹਾਰਾਜ ਸਾਹਿਬ ਜੀ ਅਗਿਆਨ ਦਾ, ਅੰਧਕਾਰ ਦਾ, ਅਵਿਦਿਆ ਦਾ ਹਨੇਰਾ ਦੂਰ ਕਰਕੇ ਤੇ ਜੀਵਾਂ ਦੇ ਹਿਰਦੇ ਦੇ ਵਿੱਚ ਗਿਆਨ ਦਾ ਸੂਰਜ ਮਹਾਰਾਜ ਪ੍ਰਕਾਸ਼ਮਾਨ ਕਰਦੇ ਹਨ। ਇਸ ਕਰਕੇ ਸਤਿਗੁਰੂ ਜੀ ਨੂੰ ਗਿਆਨ ਪ੍ਰਕਾਸ਼ ਦੇਣ ਕਰਕੇ ਸੂਰਜ ਵੀ ਆਖਿਆ। ਜਿਵੇਂ ਬਾਹਰਲਾ ਸੂਰਜ ਹੈ, ਇਹ ਪ੍ਰਕਾਸ਼ ਕਰਦਾ ਹੈ, ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜਦੋਂ ਸਤਿਗੁਰੂ ਰੂਪੀ ਸੂਰਜ ਪ੍ਰਕਾਸ਼ ਕਰਦੇ ਹਨ ਤੇ ਅੰਦਰਲਾ ਹਨੇਰਾ ਦੂਰ ਹੋ ਜਾਂਦਾ ਹੈ। ਇਹ ਬਾਹਰਲਾ ਸੂਰਜ ਇੱਕ ਦੀ ਥਾਂ ਤੇ ਭਾਵੇਂ 1000 ਚੜ ਜਾਵੇ, ਇਹਨੇ ਤੇ ਬਾਹਰ ਹੀ ਚਾਨਣਾ ਕਰਨਾ ਵਾ, ਮਨੁੱਖ ਦੇ ਹਿਰਦੇ 'ਚ ਤਾਂ ਚਾਨਣਾ ਨਹੀਂ ਇਹਨੇ ਕਰਨਾ। ਇਸੇ ਕਰਕੇ ਆਸਾ ਕੀ ਵਾਰ ਵਿੱਚ ਵੀ ਮਹਾਰਾਜ ਨੇ ਫਰਮਾਇਆ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ 1000 ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਵੇਂ ਇੱਕ ਚੰਦ ਦੀ ਥਾਂ ਤੇ ਪੂਰਨਮਾਸ਼ੀ ਦਾ ਇੱਕ ਚੰਦਰਮਾ ਚੜ੍ਹਿਆ ਹੋਵੇ ਤੇ ਵੇਖੋ ਦਿਨ ਵਰਗਾ ਬਣਾ ਦਿੰਦਾ ਰਾਤ ਨੂੰ। ਐ ਚਾਨਣਾ ਹੁੰਦਾ ਚਾਰ ਸਵੇਰੇ ਦੂਰ ਦੂਰ ਦੀ ਆਪਣਿਆਂ ਲੰਘ ਕੇ ਗਈ ਹੈ। ਚੇਤ ਮਹੀਨੇ ਦੀ ਪੂਰਨਮਾਸ਼ੀ ਤਾਂ ਪੁੰਨਿਆ ਤੋਂ ਅਗਲੇ ਦਿਨ
ਚੇਤਵਦੀ ਏਕਮ ਨੂੰ ਹੋਲੇ ਮਹੱਲੇ ਦਾ ਦਿਹਾੜਾ ਖਾਲਸੇ ਪੰਥ ਨੇ ਮਨਾਇਆ ਹੈ। ਇਹ ਵੇਖੋ ਰਾਤ ਕਿੰਨੀ ਚਾਨਣੀ, ਦੂਰ ਤੀਕ ਚਾਨਣਾ ਹੀ ਚਾਨਣਾ ਹੈ। ਇੱਕ ਚੰਦ ਚੜਿਆ ਹੋਇਆ, ਇੱਕ ਚੰਦ ਪ੍ਰਕਾਸ਼ ਕਰ ਰਿਹਾ। ਇਹਦੇ ਥਾਂ ਤੇ ਜੇ 100 ਚੰਦਰਮਾ ਪ੍ਰਕਾਸ਼ ਕਰ ਦਵੇ ਤੇ ਬਾਹਰ ਤਾਂ ਇਹਦੇ ਨਾਲੋਂ ਜ਼ਿਆਦਾ ਚਾਨਣਾ ਹੋ ਸਕਦਾ, ਪਰ ਅੰਦਰ ਜੀਵ ਦੇ ਹਿਰਦੇ ਦੇ ਵਿੱਚ ਤਾਂ ਉਸੇ ਤਰ੍ਹਾਂ ਹਨੇਰਾ ਹੀ ਹੈ। ਇਸ ਚੰਦਰਮਾ ਨੇ ਅੰਦਰ ਚਾਨਣਾ ਤੇ ਨਹੀਂ ਕਰਨਾ। ਇਹ ਬਾਹਰਲੇ ਸੂਰਜ ਨੇ ਇੱਕ ਦੀ ਥਾਂ ਤੇ 1000 ਸੂਰਜ ਵੀ ਪ੍ਰਕਾਸ਼ ਕਰੇ ਤਾਂ ਵੀ ਗੁਰੂ ਤੋਂ ਬਿਨਾਂ ਅੰਦਰ ਹਨੇਰਾ ਹੀ ਹੈ। ਅੰਤਸ਼ਕਰਨ ਦੇ ਵਿੱਚ, ਮਨ ਬੁੱਧ ਚਿੱਤ ਦੇ ਵਿੱਚ, ਹਿਰਦੇ ਦੇ ਵਿੱਚ ਜੇ 100 ਚੰਦਾ ਯੁਗ ਵਹਿ ਸੂਰਜ ਚੜ੍ਹੈ 1000, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਘੁੱਪ ਹਨੇਰਾ। ਇਸ ਕਰਕੇ ਗੁਰੂ ਸੂਰਮਾ ਹੈ, ਗੁਰੂ ਸੂਰਜ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਜਿਵੇਂ ਸੂਰਜ ਨਿਕਲਦਾ ਵਾ, ਤਾਰੇ ਛਿਪ ਜਾਂਦੇ, ਹਨੇਰਾ ਵੀ ਭੱਜ ਜਾਂਦਾ, ਦੂਰ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਪ੍ਰਕਾਸ਼ ਕਰਦੇ ਆਪਣੇ ਗਿਆਨ ਦਾ, ਆਪਣੇ ਉਪਦੇਸ਼ ਦਾ, ਤੇ ਸਿੱਖ ਦੇ ਹਿਰਦੇ ਦਾ ਹਨੇਰਾ ਦੂਰ ਕਰ ਦਿੰਦੇ, ਹਿਰਦੇ ਵਿੱਚ ਚਾਨਣਾ ਕਰ ਦਿੰਦੇ, ਪ੍ਰਕਾਸ਼ ਕਰ ਦਿੰਦੇ। ਵਹਿਮ ਭਰਮ ਭੁਲੇਖੇ ਸਾਰੇ ਦੂਰ ਕਰ ਦਿੰਦੇ ਮਹਾਰਾਜ ਸਾਹਿਬ। ਕਰਤੇ ਕੀ ਮਿੱਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਜੋ ਗੁਰੂ ਸੂਰਮਾ ਤੇ ਗੁਰੂ ਸੂਰਾ, ਸੂਰਜ ਦੀ ਨਿਆਈ ਪ੍ਰਕਾਸ਼ ਕਰਨ ਵਾਲੇ, ਗੁਰੂ ਸਾਹਿਬ ਜੀ ਜਾਣਦੇ ਕਰਤੇ ਪੁਰਖ ਦੀ ਮਰਿਆਦਾ। ਕਿਉਂਕਿ ਕਰਤੇ ਵਿੱਚ ਤੇ ਗੁਰੂ ਦੇ ਵਿੱਚ ਫਰਕ ਹੀ ਕੋਈ ਨਹੀਂ ਹੈ। ਜੋ ਕਰਤਾ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਉਸੇ ਦਾ ਹੀ ਪ੍ਰਤੱਖ ਸਰੂਪ ਸਤਿਗੁਰੂ ਹਨ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹ ਜੋਤੀ ਸਰੂਪ ਦਾ ਹੀ ਪ੍ਰਤੱਖ ਸਰੂਪ ਹਨ ਸਤਿਗੁਰੂ ਜੀ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਨੇ ਆਕਾਰ ਧਾਰਨ ਕੀਤਾ ਤੇ ਗੁਰੂ ਰੂਪ ਵਿੱਚ ਪ੍ਰਗਟ ਹੋਏ। ਇਸ ਕਰਕੇ ਆਪਣੀ ਮਰਿਆਦਾ ਨੂੰ ਆਪ ਤਾਂ ਜਾਣਦੇ ਹੀ ਹੈ। ਕਰਤੇ ਪੁਰਖ ਦੀ ਮਰਿਆਦਾ ਨੂੰ ਕਰਤਾ ਪੁਰਖ ਆਪ ਜਾਣਦਾ ਹੈ, ਜਾਂ ਉਸੇ ਦਾ ਹੀ ਪ੍ਰਤੱਖ ਸਰਗੁਣ ਸਰੂਪ ਗੁਰੂ ਸੂਰਮਾ ਜਾਣਦਾ ਹੈ। ਹੋਰ ਕੋਈ ਨਹੀਂ ਜਾਣ ਸਕਦਾ। ਇਸ ਕਰਕੇ ਪੰਚਮ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਵੀ ਫਰਮਾਇਆ ਨਾ, ਚੌਥੀ ਅਸ਼ਟਪਦੀ ਦੇ ਅਖੀਰਲੇ ਪਦੇ ਦੇ ਵਿੱਚ, ਤੇ ਸਾਰਾ ਗੁਰੂ ਕਾ ਖਾਲਸਾ ਪੰਥ ਜਿਸ ਵੇਲੇ ਅਰਦਾਸ ਕਰਦਾ ਹੈ ਤਾਂ ਇਹ ਪੰਕਤੀਆਂ ਪੜ੍ਹੀਆਂ ਜਾਂਦੀਆਂ ਹਨ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਘਨੇਰੇ। ਕੋਏ ਨਾ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਅਖੀਰਲੀਆਂ ਪੰਕਤੀਆਂ ਇਸ ਪਦੇ ਦੀਆਂ, ਤੁਮਰੀ ਗਤ ਮਿਤ ਤੁਮ ਹੀ ਜਾਨੀ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਮਾਰੇ ਕਹਿੰਦੇ ਅਸੀਂ ਤਾਂ ਸਦਾ ਕੁਰਬਾਨ ਜਾਂਦੇ ਹਾਂ ਪ੍ਰਭੂ ਜੀ ਆਪ ਜੀ ਤੋਂ। ਇਹ ਸਤਿਗੁਰਾਂ ਦੀ ਨਿਮਰਤਾ ਹੈ। ਸਤਿਗੁਰੂ ਜੀ ਨੇ ਸਾਨੂੰ ਸੰਸਾਰੀ ਜੀਵਾਂ ਨੂੰ ਇਹ ਗੱਲ ਸਮਝਾਈ ਹੈ, ਇਹ ਸਿੱਖਿਆ ਦਿੱਤੀ ਹੈ ਕਿ ਵਾਹਿਗੁਰੂ ਜੀ ਤੋਂ ਸਦਾ ਕੁਰਬਾਨ ਜਾਈਏ, ਸਦਾ ਸਦਕੇ ਜਾਈਏ। ਉਹਦੀ ਮਰਿਆਦਾ ਨੂੰ, ਉਸ ਦੀ ਮਿੱਤ ਨੂੰ, ਉਸ ਦੀ ਗਤ ਮਿੱਤ ਨੂੰ ਅਸੀਂ ਜਾਣ ਨਹੀਂ ਸਕਦੇ ਹਾਂ ਸੰਸਾਰੀ ਜੀਵ। ਕਿ ਉਹ ਵਾਹਿਗੁਰੂ ਪਰਮੇਸ਼ਰ ਦੀ ਸਾਰੀ ਮਰਿਆਦਾ ਨੂੰ ਅਸੀਂ ਸਮਝ ਸਕੀਏ। ਇਸ ਕਰਕੇ ਗੁਰੂ ਸਾਹਿਬ ਤਾਂ ਸਭ ਕੁਝ ਜਾਣਦੇ ਆ, ਕਿਉਂਕਿ ਗੁਰੂ ਸਾਹਿਬ ਤਾਂ ਉਸੇ ਦਾ ਹੀ ਪ੍ਰਤੱਖ ਸਰੂਪ ਹਨ। ਅੰਮ੍ਰਿਤ ਬਾਣੀ ਚ ਮਹਾਰਾਜ ਸਾਹਿਬ ਜੀ ਨੇ ਬੇਅੰਤ ਐਸੇ ਬਚਨ ਉਚਾਰਨ ਕੀਤੇ ਆ। ਜਿਵੇਂ ਨਾਵੇਂ ਪਾਤਸ਼ਾਹ ਬਿਹਾਗੜਾ ਰਾਗ ਵਿੱਚ ਫਰਮਾਉਂਦੇ ਆ, ਇੱਕੋ ਸ਼ਬਦ ਹੀ ਆ ਬਿਹਾਗੜਾ ਰਾਗ ਦੇ ਵਿੱਚ ਨਾਵੇਂ ਪਾਤਸ਼ਾਹ ਦਾ। ਤਾਂ ਉੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਆ, ਹਰਿ ਕੀ ਗਤ ਨਹਿ ਕੋ ਜਾਣੈ। ਹਰੀ ਪਰਮੇਸ਼ਰ ਦੀ ਗਤ ਨੂੰ ਕੋਈ ਜਾਣ ਹੀ ਨਹੀਂ ਸਕਦਾ ਕਿ ਉਹ ਪਰਮੇਸ਼ਰ ਨੇ ਕੀ ਕਰ ਦੇਣਾ।
ਕਿਵੇਂ ਕਰਨਾ ਕੋਈ ਜਾਣ ਨਹੀਂ ਸਕਦਾ। ਪ੍ਰਭੂ ਉਹ ਕੁਝ ਕਰ ਦਿੰਦਾ ਜੋ ਸਾਡੇ ਚਿੱਤ ਵਿੱਚ ਵੀ ਨਹੀਂ, ਖਿਆਲ ਵਿੱਚ ਵੀ ਨਹੀਂ, ਜੋ ਅਸੀਂ ਸੋਚ ਵੀ ਨਹੀਂ ਸਕਦੇ ਵੀ ਇਸ ਤਰ੍ਹਾਂ ਵੀ ਹੋ ਸਕਦਾ, ਉਹ ਕੁਝ ਵੀ ਕਰ ਦਿੰਦਾ। ਕਿਉਂਕਿ ਉਹ ਪ੍ਰਮਾਤਮਾ ਹੈ, ਉਹ ਰੱਬ ਹੈ, ਵਾਹਿਗੁਰੂ ਹੈ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਅਸੀਂ ਕਿਰਤ ਹਾਂ, ਉਹ ਪੈਦਾ ਕਰਨ ਵਾਲਾ ਤੇ ਅਸੀਂ ਉਹਦੇ ਹੁਕਮ ਦੇ ਵਿੱਚ ਪੈਦਾ ਹੋਏ ਹਾਂ। ਇਹ ਵੀ ਬਚਨ ਮਹਾਰਾਜ ਨੇ ਬਾਣੀ 'ਚ ਫਰਮਾਇਆ, ਕਰਤੇ ਕੀ ਮਿੱਤ ਨਾ ਜਾਣੈ ਕੀਆ। ਕਰਤੇ ਪੁਰਖ ਦੀ ਮਰਿਆਦਾ ਨੂੰ, ਉਹਦਾ ਪੈਦਾ ਕੀਤਾ ਹੋਇਆ ਜਿਹੜੀ ਇਹ ਕਿਰਤ ਹੈ, ਕਿਰਤ ਕਰਤੇ ਦੀ ਮਰਿਆਦਾ ਨੂੰ ਨਹੀਂ ਜਾਣ ਸਕਦੀ। ਕਿਉਂਕਿ ਅਸੀਂ ਤੇ ਉਹਦੇ ਹੁਕਮ 'ਚ ਪੈਦਾ ਹੋਏ ਹਾਂ ਤੇ ਸਾਨੂੰ ਜਿੰਨੀ ਕੁ ਸਮਝ ਦਿੱਤੀ ਉਹ ਵੀ ਉਹਨੇ ਹੀ ਦਿੱਤੀ ਆ। ਪਰਮੇਸ਼ਰ ਨੇ ਇਹ ਸਾਨੂੰ ਪੈਦਾ ਕੀਤਾ, ਉਹਦੇ ਹੁਕਮ ਦੇ ਵਿੱਚ ਸਾਡੀ ਉਤਪਤੀ ਹੋਈ ਆ। ਉਸੇ ਨੇ ਸਾਨੂੰ ਦਿਮਾਗ ਦਿੱਤਾ, ਸਾਨੂੰ ਅਕਲ ਸੋਝੀ ਦਿੱਤੀ ਆ ਤੇ ਜਿੰਨੀ ਕੁ ਉਹਨੇ ਥੋੜੀ ਜਿਹੀ ਪਾਈ ਆ ਸਾਡੇ ਦਿਮਾਗ ਵਿੱਚ ਸਮਝ, ਓਨੀ ਕੀ ਸਾਨੂੰ ਪ੍ਰਾਪਤ ਹੋਈ ਹੈ। ਜਿੰਨਾ ਕੁ ਸਾਨੂੰ ਸਮਝਾਉਣਾ ਚਾਹੁੰਦਾ ਹੈ ਉਹਨਾਂ ਕੁ ਸਾਨੂੰ ਸਮਝ ਆਉਂਦੀ ਹੈ। ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਪਰ ਪੂਰੀ ਪੂਰੀ ਉਹਦੀ ਮਰਿਆਦਾ ਨੂੰ ਸਮਝ ਨਹੀਂ ਸਕਦਾ ਇਹ ਜੀਵ। ਗਰੀਬ ਨਵਾਜ ਕਹਿੰਦੇ ਜਿਵੇਂ ਇੱਕ ਪਿਤਾ ਦੇ ਬਾਰੇ ਪੁੱਤਰ ਨਹੀਂ ਜਾਣ ਸਕਦਾ। ਪਿਤਾ ਦੇ ਜਨਮ ਬਾਰੇ ਪੁੱਤਰ ਨੂੰ ਕੀ ਪਤਾ ਹੈ? ਜਦੋਂ ਪਿਤਾ ਦਾ ਜਨਮ ਹੋਇਆ ਪੁੱਤਰ ਤੇ ਹੈ ਹੀ ਨਹੀਂ ਸੀ। ਪਿਤਾ ਆਪਣੀ ਮੌਜ ਵਿੱਚ, ਆਪਣੀ ਖੁਸ਼ੀ ਵਿੱਚ ਆਪਣੇ ਪੁੱਤਰ ਨੂੰ ਦੱਸ ਦਵੇ ਤੇ ਭਾਵੇਂ ਦੱਸ ਦਵੇ, ਨਹੀਂ ਤੇ ਪੁੱਤਰ ਨੂੰ ਪਿਤਾ ਦੇ ਜਨਮ ਬਾਰੇ ਕੋਈ ਪਤਾ ਨਹੀਂ। ਮਹਾਰਾਜ ਕਹਿੰਦੇ ਪਿਤਾ ਕਾ ਜਨਮ ਕੇ ਜਾਣੈ ਪੂਤ। ਇਸੇ ਤਰ੍ਹਾਂ ਇਹ ਜੀਵ ਜਿੰਨਾ ਵਾ ਸੰਸਾਰ ਸਾਰਾ, ਇਹ ਪਰਮੇਸ਼ਰ ਦੇ ਬੱਚੇ ਆ। ਉਹ ਸਾਰਿਆਂ ਦਾ ਮਾਈ ਬਾਪ ਹੈ ਤੇ ਆਪਣੇ ਪਿਤਾ ਪਰਮੇਸ਼ਰ ਦੇ ਬਾਰੇ, ਉਹਦੀ ਮਰਿਆਦਾ ਬਾਰੇ ਸੰਸਾਰ ਨਹੀਂ ਜਾਣ ਸਕਦਾ। ਸਤਿਗੁਰੂ ਗਰੀਬ ਨਵਾਜ ਸਾਹਿਬ ਕਹਿੰਦੇ ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰ ਬਹੁ ਲੋਗ ਸਿਆਣੇ। ਵੱਡੇ ਵੱਡੇ ਜੋਗੀ, ਵੱਡੇ ਵੱਡੇ ਜਤੀ, ਵੱਡੇ ਵੱਡੇ ਤਪਸਵੀ ਵੀ ਥੱਕ ਗਏ, ਪਚ ਗਏ, ਹਾਰ ਅੰਬ ਗਏ। ਵੱਡੇ ਵੱਡੇ ਸਿਆਣੇ ਲੋਕ, ਆਪਣੇ ਆਪ ਨੂੰ ਕਹਾਉਣ ਵਾਲੇ, ਉਹ ਵੀ ਵਾਹਿਗੁਰੂ ਦੀ ਗਤੀ ਨਹੀਂ ਜਾਣ ਸਕੇ। ਖਿਨ ਮਹਿ ਰਾਉ ਰੰਕ ਕਉ ਕਰਈ, ਰਾਉ ਰੰਕ ਕਰ ਡਾਰੇ। ਇੱਕ ਖਿਨ ਵਿੱਚ ਹੀ ਰਾਜੇ ਨੂੰ ਰੰਕ ਬਣਾ ਦਿੰਦਾ ਹੈ ਤੇ ਰੰਕ ਨੂੰ ਰਾਜਾ ਬਣਾ ਦਿੰਦਾ। ਇੱਕ ਖਿਨ ਵਿੱਚ ਹੀ ਰੰਕ ਨੂੰ ਰਾਜਾ ਬਣਾ ਦਿੰਦਾ। ਖਿਨ ਮਹਿ ਰਾਉ ਰੰਕ ਕਉ ਕਰਈ, ਗਰੀਬ ਨੂੰ ਰਾਜਾ ਬਣਾ ਦਿੰਦਾ ਇੱਕ ਖਿਨ ਵਿੱਚ। ਤੇ ਰਾਜੇ ਬਣਾਏ ਹੋਏ ਨੂੰ ਜਦੋਂ ਹੰਕਾਰ ਹੋ ਜਾਂਦਾ ਹੈ ਤੇ ਫਿਰ ਪਰਮੇਸ਼ਰ ਵਾਹਿਗੁਰੂ ਆਪਣੀ ਮੌਜ ਦੇ ਵਿੱਚ ਰਾਉ ਰੰਕ ਕਰ ਡਾਰੇ, ਰਾਜੇ ਨੂੰ ਰੰਕ ਕਰਕੇ ਸੁੱਟ ਦਿੰਦਾ, ਕੰਗਾਲ ਬਣਾ ਦਿੰਦਾ। ਰੀਤੇ ਭਰੇ ਭਰੇ ਸਖਣ ਆਵੈ, ਜਹ ਤਾਕੋ ਵਿਵਹਾਰੇ। ਖਾਲੀਆਂ ਨੂੰ ਭਰ ਦਿੰਦਾ ਹੈ ਤੇ ਭਰਿਆਂ ਨੂੰ ਖਾਲੀ ਕਰ ਦਿੰਦਾ। ਇਹ ਉਹਦਾ ਕਾਰੋਬਾਰ ਹੈ, ਇਹ ਉਹਦਾ ਵਿਵਹਾਰ ਹੈ। ਆਪਣੀ ਮਾਇਆ ਆਪ ਪਸਾਰੀ, ਆਪਹਿ ਦੇਖਣ ਹਾਰਾ। ਆਪਣੀ ਮਾਇਆ ਉਹਨੇ ਆਪ ਹੀ ਸਾਰੀ ਫੈਲਾਈ ਹੋਈ ਤੇ ਆਪ ਹੀ ਵੇਖਣ ਵਾਲਾ ਹੈ। ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਉਹ ਬਹੁਤੇ ਰੰਗਾ ਕੌਤਕਾਂ ਵਾਲਾ, ਨਾਨਾ ਪ੍ਰਕਾਰ ਦੇ ਰੂਪ ਧਾਰਨ ਕਰ ਲੈਂਦਾ ਹੈ, ਅਨੇਕ ਪ੍ਰਕਾਰ ਦੇ। ਸਾਰਿਆਂ ਦੇ ਵਿੱਚ ਵਸਦਾ ਹੋਇਆ, ਸਾਰਿਆਂ ਤੋਂ ਨਿਆਰਾ ਵੀ ਰਹਿੰਦਾ ਹੈ, ਸਭ ਤੋਂ ਵੱਖਰਾ ਵੀ ਰਹਿੰਦਾ ਹੈ। ਮਹਾਰਾਜ ਨਾਵੇਂ ਪਾਤਸ਼ਾਹ ਕਹਿੰਦੇ ਉਹ ਅਗਣਤ ਹੈ, ਅਪਾਰ ਹੈ, ਅਲੱਖ ਹੈ, ਮਾਇਆ ਮੈਲ ਤੋਂ ਰਹਿਤ ਸੁੱਧ ਸਰੂਪ ਹੈ। ਅਗਣਤ ਅਪਾਰ ਅਲੱਖ ਨਿਰੰਜਨ, ਜਿਹ ਸਭ ਜਗ ਪਰਮਾਇਓ। ਜਿਹਨੇ ਸਾਰਾ ਹੀ ਜਗ ਜਿਹੜਾ ਹੈ ਨਾ ਉਹ ਭਟਕਣਾ ਵਿੱਚ ਪਾਇਆ ਹੋਇਆ, ਭਰਮ ਵਿੱਚ ਪਾਇਆ ਹੋਇਆ। ਸਗਲ ਭਰਮ ਤਜ ਨਾਨਕ ਪ੍ਰਾਣੀ, ਚਰਨ ਤਾਹੇ ਚਿਤ ਲਾਇਓ। हे ਪ੍ਰਾਣਾ ਧਾਰੀ ਜੀ, ਸਾਰੇ ਭਰਮਾਂ ਨੂੰ ਛੱਡ ਕਰਕੇ ਉਸ ਵਾਹਿਗੁਰੂ ਨਾਲ ਚਿੱਤ ਜੋੜ। ਭਗਤ ਕਬੀਰ ਸਾਹਿਬ ਜੀ ਨੇ ਵੀ ਫਰਮਾਇਆ, ਕਰਤੇ ਕੀ ਮਿੱਤ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ। ਭਗਤ ਕਬੀਰ ਸਾਹਿਬ ਕਹਿੰਦੇ ਰਾਜ ਆਸ਼ਰਮ ਮਿੱਤ ਨਹੀਂ ਜਾਣੀ ਤੇਰੀ। हे ਰਾਜ ਆਸ਼ਰਮ ਵਾਲੇ ਪਰਮੇਸ਼ਰ, ਤੇਰਾ ਬਹੁਤ ਵੱਡਾ ਰਾਜ ਹੈ ਤੇ ਤੇਰੀ ਮਿੱਤ ਮਰਿਆਦਾ ਨੂੰ ਜਾਣ ਨਹੀਂ ਸਕੀਦਾ।
राज आश्रम मित नहीं जानी तेरी, तेरे संतन की हो चेरी। भगत कबीर साहब कहते हे प्रभु मैं तो तेरे संत जना की चेरी दासी हाँ, दास हाँ तेरे संत जना का। हसदो जाए सो रोवत आवे, तेरे हुक्म दे विच सारा वरतारा वरतदा प्रभु। कोई घरों हसदा हसदा बाहर नूं जांदा है ते बाहरों रोंदा रोंदा घरे आउंदा है। एक क्षण विच ही होर धोर कर देना, जिथे हासा है उत्थे रोना हो जाता है। हसदो जाए सो रोवत आवे, रोवत जाए सो हसा है। कोई रोंदा जांदा है अपने घरों ते बाहरों इस तरह उन्होंने कोई खुशखबरी मिलती, बाहरों हसदा हसदा घरे आउंदा है। बसतो होए होए सो उजर, जिहड़ा थां वस रहा है वो उजड़ जाता है तेरे हुक्म दे विच। उजाड़ वसदियां नूं उजाड़ भी देना है। उजर होए सो बसै, ते उजड़े होए थां नूं वसा भी देना है। उजड़िया होया वस भी जाता है। जल ते थल कर थल ते कूआ, जल वाली थां ते थल कर देना है, थल वाली थां ते खूह बना देना है। कूप ते मेर करावे, ते खूह वाली थां ते सुमेर पर्वत बना देना। धरती ते आकाश चढ़ावै, धरती तो आकाश विच चढ़ा देना। धरती ते विचरन वाले नूं भाव नीवी जी पदवी वाले नूं उच्ची पदवी ते बिठा देना, जिन्हों कोई चित ख्याल ही नहीं हुंदा। धरती ते आकाश चढ़ावै, चढ़े आकाश गिरावै, ते आकाश विच चढ़िया होइयां नूं थल्ले सुट देना, थल्ले घेर देना। भिखारी ते राज करावे, भिखारियां तो राज भी करा देना। भिखारी नूं राजा भी बना देना। राजा ते भिखारी ते राजे बने हुए नूं भिखारी भी बना देना। नदर उपट्ठी जे करे, सुल्ताना काहो कराएदा, दर मंगन भिख ना पाएदा। भिखारी ते राज करावे, राजा ते भिखारी, खल मूर्ख ते पंडित करबो। अत्यंत मूर्ख नूं, जड़ मूर्ख नूं विद्वान बना देने। पंडित ते मुगधारी ते विद्वान नूं मूर्ख भी बना देना। नारी ते जो पुरख करावे, पुरखन ते जो नारी, कहो कबीर साधु को प्रीतम तिस मूर्त बलिहारी। वो करता पुरख ऐसा, उसकी गत मित जानी नहीं जा सकती। मांस खाण वालियां नूं घाह भी खवा दिंदा है, ते घाह खाण वालियां नूं मांस भी खवा दिंदा है। सीहां बाजां चरगां कुहियां इन्हां खवाले घाह, घाहो खाण तिन्हां मांस खवाले, एह चलाए राह। नदियां विच टिब्बे दे खाले, थली करे असगाह। कीड़ा थाप दे पातशाही, लश्कर करे स्वाहा। जेते जी जीवह लै साहा, जी वाले ताके असाहा। महाराज कहते जिन्ने जीव है इन्हां सारियां नूं परमेश्वर सवास दे के जिंदगी दे रहा, सवासां नाल जीवन दे रहा। जे वो चाहे जिहड़ा सवासां नाल जिउंदे रख लिया वा, ते बिना सवासां तो भी रख लवे, इहदे विच भी कोई असचरज नहीं, क्योंकि सवास भी उन्हें दिते आ, बिना सवासां तो भी वो जिउंदा रख सकदा। जेते जी जीवह लै साहा, जी वाले ताके असाहा। नानक ज्यो ज्यो सच्चे भावै, त्यों त्यों दे गिराहा। तो इसे पंक्ति तो साध संगत जी महाराज साहब जी ने अर्थां की संप्रदा टकसालां कायम कीतियां। आनंदपुर साहिब की धरती ते जिवें सिंह ने नितनेम करदियां इस पवित्र बाणी का कै दी थां ते के पढ़ दिता सी, ते कलगीधर पातशाह जी ने चबारे तो बैठे हुए आवाज़ दी सी भी सिंघा बाणी सुध पढ़। कै उचारण कर नहीं सी सुनिया, नाल दे सिंह नूं भेज के चपेड़ां भी मरवाइयां सी। आप महाराज ने कौतक रचिया भी सदा वास्ते पंथ दे विच सिक्ख्या देनी सी। महाराज साहब जी ने दीवान की समाप्ति तो सिंह ने बेनती की थी कि महाराज बाणी पढ़दे आ चपेड़ां वजदे। आप भी कहते हो बाणी लोक प्रलोक दे विच ये आसरा है, लोक प्रलोक विच सहायता करेगी। वध तो वध नितनेम करया करो, बाणी पढ़िया करो। मारे इत्थे चपेड़ां वजदियां। सतगुरु कहन लगे गलत उचारण कीता सी, फिर पंक्ति पढ़।
फिर जदों पढ़ी तो कै की थां ते फिर के ही पढ़ दिता जिहड़ा पाठ मूँह ते चढ़िया सी। क्योंकि जिहड़ा जिस तरह का उच्चारण रसना ते चढ़ जावे फिर वो लाउणा औखा ही आ, मेहनत करके लैंदा, नहीं तो वह पक्का पाठ वो पक ही जाता है। जो फिर बोल दिता भी के जाने गुरसूरा, सतगुरु कहन लगे इस पंक्ति का अर्थ तो है कि करते पुरख की मर्यादा नूं, उहदी वडियाई नूं, उसकी बजुर्गी नूं, उसकी मित मर्यादा नूं वो करता पुरख आप जानता है। तो कै का अर्थ है जां, कै जाने गुरसूरा जां गुरु सूरमा जानता। ਸਿੰਘਾ तू आखिया के का भाव हो गया भी के जाने गुरसूरा, भी गुरु सूरमे नूं की पता है गुरु की जाने। तो जे गुरु नूं नहीं पता तो फिर गुरु सिखां नूं की सिक्ख्या देवेगा, गुरु संगत नूं फिर की समझावेगा जे गुरु साहब नूं आप नूं ही नहीं पता। इस करके ਸਿੰਘਾ वेख कै ते के दे विच किन्ना फर्क है, किन्ना अर्थ का अनर्थ हो गया। कै का अर्थ है जान, के का अर्थ है की भाव नहीं। इस करके ਸਿੰਘਾ कै की थां ते कै पढ़िया करो, के की थां ते के पढ़िया करो, गुरबाणी का शुद्ध उच्चारण करो। ये महाराज साहब जी ने अर्थ भी दसे समझाया। प्यारे दया सिंह आदਿਕ ਸਿੰਘਾਂ ने बेनती की महाराज जिवें एक पंक्ति के अर्थ पढ़ाए, कृपा करके सारी बाणी के अर्थ पढ़ा दिओ। सतगुरु कहन लगे हुण तां जंगा युद्धां दा समां है, जिस वेले वेले होवांगे जंगा युद्धां तो फिर सारी बाणी के अर्थ पढ़ावांगे, नाले पिता जी की बाणी लिखाउण वाली है। क्योंकि नामे पातशाह श्री गुरु तेग बहादुर साहब महाराज जी की अमृत बाणी वो 10वें पातशाह के पास है। 15 रागां विच नामे पातशाही ने बाणी उचारण की। 59 शब्द, एक घट 60। गौड़ी राग तो लैके जयजावंती राग तक 59 शब्द हैं नामे पातशाह जी की समुची बाणी। ते भोग के श्लोक वखरे इन्हां शब्दां नाल 57 भोग के श्लोक हैं। तां उहदे विच 56 ते महाराज साहब जी के नामे पातशाह दे, एक 10वें पातशाह जी का जो दोहरे का जवाब रूपी उत्तर दिता महाराज साहब जी ने। बल होआ बंधन छुटे सब किश होते उपाय, नानक सब किश तुमरे हाथ में तुम ही होत सहाय। ये 10वें पातशाह ने आप उचारिया। कहन लगे भी पिता जी की बाणी भी लिखाउण वाली है। पहले स्वरूप दे विच जो पंचम पातशाही ने बाणी लिखाई भाई गुरदास साहब जी तो, ये जंगा युद्धां तो वेले होके नाले पिता जी की बाणी चढ़ा देंगे, नाले सारी बाणी के अर्थ पढ़ावांगे। फिर समय के नाल जदों महाराज साबो की तलवंडी जाते हैं, फिर ਸਿੰਘਾਂ ਨੂੰ भेजते हैं। बाबा दीप सिंह जी के नाल 25 ਸਿੰਘ आउंदे करतारपुर साहब दे विच, इत्थे दुआबे धीर मलियां दे पासों पवित्र स्वरूप की मंग करते कि 10वें पातशाह जी ने पावन स्वरूप मंगाया है ते बाणी लिखाउणी है, नाले ਸਿੰਘਾਂ ਨੂੰ खालसे ਨੂੰ अर्थ पढ़ाने हैं 10वें पातशाह ने, फिर वापस कर जावांगे। पर उन्हें जवाब दे दिता, कहन लगे साडे तो क्यों वड्डियां दी बख्शिश लैंदे हो? 10वें पातशाह आप गुरु कहाउंदे आ, 10वें पातशाह कहाउंदे हो, आपे क्यों नहीं बाणी उचार लेंदे? आप क्यों नहीं बाणी लिखा लेंदे? आपे बाणी उचार लैन, जिवें पहले गुरु साहिबां ने बाणी उचारण की, आप ही लिखा लैन। उन्होंने पावन स्वरूप ना दिता, ये ताने मेहने भी दे दिते। बाबा दीप सिंह जी ਸਿੰਘਾਂ ਦੇ ਸਮੇਤ खाली वापस जाते। दशमेश पातशाह नूं बेनती करते महाराज कि उन्होंने तो पावन स्वरूप दिता नहीं, नाले आ गल भी कह दी भी आपे क्यों नहीं बाणी उचार लेंदे? सतगुरु मुस्कुराउंदे कलगीधर पातशाह कहन लगे भावें होर भी स्वरूप हैं, भाई बन्नों वालियां पीड़ां भी सन, पर हुण वो नहीं मंगावांगे, हुण कंठों ही बाणी उचारण करांगे। भाई मणी सिंह जी नूं लिखारी लाउंदे महाराज, कंठों बाणी उचारण करते। पहले दिन ही 3 बाणियां उचार के लिखा देंगे, जपजी साहब, रहरास साहब, कीर्तन सोहला। भाई मणी सिंह जी लिखते, अगम्मी कलम चलती। बाबा दीप सिंह जी नाल ਸਿੰਘਾਂ ਨੂੰ लै करके कागज कलमा शाही का प्रबंध सारी सेवा करते। सवेर तो दोपहर तक दशमेश पातशाह बाणी लिखाया करते, उच्चे थड़े ते बैठ करके तंबू दे विच। ते दोपहर तो शाम तक
ਗੁਰਬਾਣੀ ਦੀ ਜਿੰਨੀ ਬਾਣੀ ਲਿਖਾਈ ਹੁੰਦੀ ਉਨੀ ਬਾਣੀ ਦੀ ਕਥਾ ਸੁਣਾਇਆ ਕਰਦੇ ਆਪਣੀ ਰਸਨਾ ਤੋਂ। ਤਾਂ ਮਹਾਰਾਜ ਸਾਹਿਬ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਸਾਰੀ ਬਾਣੀ ਲਿਖਾ ਕਰਕੇ ਸਾਰੀ ਬਾਣੀ ਦੇ ਅਰਥ ਕਥਾ ਸਿੰਘਾਂ ਨੂੰ ਸੁਣਾਈ। ਸੰਗਤਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੀਆਂ ਜਾਂਦੀਆਂ ਸੀਗੀਆਂ, ਦਰਸ਼ਨ ਕਰਕੇ ਚਲੇ ਜਾਂਦੇ ਸੀ। ਪਰ ਜਿਨ੍ਹਾਂ ਨੇ ਸਾਰੀ ਬਾਣੀ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਅਰਥ ਸਰਵਣ ਕੀਤੇ, ਉਹਨਾਂ ਦੀ ਗਿਣਤੀ ਇਤਿਹਾਸ ਵਿੱਚ 48 ਸਿੰਘਾਂ ਦੀ ਹੈ। 48 ਸਿੰਘਾਂ ਨੇ ਸੰਪੂਰਨ ਅਰਥ ਸੁਣੇ ਸਾਧ ਸੰਗਤ ਜੀ, ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ। ਉਹਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਮਣੀ ਸਿੰਘ ਸਾਹਿਬ ਜੀ ਆਦਿਕ ਹੋਰ ਸਿੰਘ ਜੋ ਹਨ, ਇਹ 48 ਸਿੰਘਾਂ ਨੇ ਸੰਪੂਰਨ ਅਰਥ ਸੁਣੇ। ਸਾਰੇ ਬ੍ਰਹਮ ਗਿਆਨੀ ਹੋਏ, ਵਿਦੇਹ ਮੁਕਤ ਹੋਏ। ਤੇ ਭਾਈ ਮਣੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੋਨਾਂ ਸਿੰਘਾਂ ਨੂੰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਸਿੰਘੋ, ਤੁਸੀਂ ਦੋਨਾਂ ਸਿੰਘਾਂ ਨੇ ਆਪਣੇ ਜੀਵਨ ਵਿੱਚ ਗੁਰਬਾਣੀ ਦੇ ਲਿਖਣ ਦੀ ਸੇਵਾ ਵੀ ਕਰਨੀ, ਗੁਰਬਾਣੀ ਦੀ ਕਥਾ ਪ੍ਰਚਾਰ ਪ੍ਰਸਾਰ ਦੀ ਸੇਵਾ ਵੀ ਕਰਨੀ, ਗੁਰਬਾਣੀ ਦੀ ਅੱਗੇ ਸੰਥਿਆ ਵੀ ਸਿੰਘਾਂ ਨੂੰ ਕਰਾਉਣੀ ਖਾਲਸੇ ਪੰਥ ਦੇ ਵਿੱਚ। ਤੇ ਗੁਰਬਾਣੀ ਦੀ ਕਥਾ ਜਿਵੇਂ ਅਸੀਂ ਤੁਹਾਨੂੰ ਸਰਵਣ ਕਰਾਈ, ਇਸ ਤਰ੍ਹਾਂ ਗੁਰਬਾਣੀ ਦੀ ਕਥਾ ਵੀ ਤੁਸੀਂ ਆਪਣੇ ਜੀਵਨ ਵਿੱਚ ਕਰਨੀ। ਤੇ ਤੁਹਾਡੇ ਤੋਂ ਅਸੀਂ ਟਕਸਾਲਾਂ ਚਲਾਉਣੀਆਂ ਹਨ ਅੱਗੇ। ਤਾਂ ਦੋਨਾਂ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਬੜਾ ਆਨੰਦ ਬਣਿਆ ਹੋਇਆ ਹੈ। ਐਸੀ ਅਵਸਥਾ ਗੁਰੂ ਸਾਹਿਬ ਜੀ ਦੀ ਰਸਨਾ ਤੋਂ ਕਥਾ ਸੁਣ ਕਰਕੇ ਉੱਚੀ ਅਵਸਥਾ ਪ੍ਰਾਪਤ ਹੋਈ, ਆਨੰਦ ਦੇ ਵਿੱਚ ਟਿਕੇ ਹੋਏ ਹਨ। ਮਹਾਰਾਜ ਬਹੁਤ ਆਨੰਦ ਬਣਿਆ ਹੋਇਆ ਸੀ ਤੇ ਆਪ ਜੀ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਕਹਿਣ ਲੱਗੇ, ਸਿੰਘੋ ਇਹ ਆਨੰਦ ਇਸੇ ਤਰ੍ਹਾਂ ਬਣਿਆ ਰਹੇਗਾ। ਭਾਈ ਮਣੀ ਸਿੰਘ, ਤੇਰਾ ਬੰਦ ਵੀ ਕੱਟਿਆ ਜਾਵੇਗਾ, ਤੈਨੂੰ ਪੀੜ ਨਹੀਂ ਹੋਵੇਗੀ, ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪਵੇਗਾ, ਆਨੰਦ ਇਸੇ ਤਰ੍ਹਾਂ ਹੀ ਇੱਕ ਰਸ ਰਹੇਗਾ। ਦੀਪ ਸਿੰਘਾ, ਤੇਰਾ ਸੀਸ ਵੀ ਧੜ ਤੋਂ ਵੱਖਰਾ ਹੋ ਜਾਵੇਗਾ ਤੇ ਤੇਰੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਸਿੰਘਾ, ਇਹ ਆਨੰਦ ਇਸੇ ਤਰ੍ਹਾਂ ਹੀ ਬ੍ਰਹਮ ਗਿਆਨ ਦਾ ਬਣਿਆ ਰਹੇਗਾ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜੋ ਆਪਣੇ ਮੁਖਾਰਬਿੰਦ ਤੋਂ ਕਥਾ ਸੁਣਾਈ, ਉਸ ਕਥਾ ਦਾ ਸਾਧ ਸੰਗਤ ਜੀ ਇਹ ਆਨੰਦ ਸਿੰਘਾਂ ਨੂੰ ਪ੍ਰਾਪਤ ਹੋਇਆ ਕਿ ਫਿਰ ਸਮੇਂ ਦੇ ਨਾਲ ਵੇਖੋ ਭਾਈ ਮਣੀ ਸਿੰਘ ਜੀ ਦਾ ਬੰਦ ਵੀ ਜਦੋਂ ਕੱਟਿਆ ਗਿਆ, ਬਾਬਾ ਦੀਪ ਸਿੰਘ ਜੀ ਦਾ ਸੀਸ ਵੀ ਧੜ ਤੋਂ ਵੱਖਰਾ ਹੋ ਗਿਆ, ਪਰ ਉਹ ਆਨੰਦ ਵਿੱਚ ਫਰਕ ਨਹੀਂ ਪਿਆ। ਕਿਉਂਕਿ ਉਹ ਕਿਹੋ ਜਿਹਾ ਆਨੰਦ ਜਿਸ ਮੌਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕਥਾ ਸੁਣਾਈ, ਸਾਰੀ ਬਾਣੀ ਦੀ ਆਪ ਕਥਾ, ਸਾਰੀ ਬਾਣੀ ਦੇ ਆਪ ਅਰਥ ਮਹਾਰਾਜ ਜੀ ਨੇ ਸਰਵਣ ਕਰਾਏ। ਤਾਂ ਸਿੰਘਾਂ ਨੇ ਸਰਵਣ ਕੀਤੇ ਤੇ ਸਿੰਘਾਂ ਦਾ ਵੀ ਹਿਰਦਾ ਕਿੰਨਾ ਪਵਿੱਤਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੋਇਆ ਕਿ ਸਾਰੇ ਅਰਥ ਜਿਹੜੇ ਆ ਉਹ ਹਿਰਦੇ ਵਿੱਚ ਸਮਾ ਗਏ, ਸਾਰੇ ਹੀ ਅਰਥ ਕੰਠ ਹੋ ਗਏ। ਫਿਰ ਅੱਗੇ ਆਪਣੇ ਜੀਵਨ ਵਿੱਚ ਬਾਣੀ ਲਿਖਣ ਦੀ ਸੇਵਾ ਵੀ ਕੀਤੀ ਭਾਈ ਮਣੀ ਸਿੰਘ ਜੀ ਨੇ, ਬਾਬਾ ਦੀਪ ਸਿੰਘ ਸਾਹਿਬ ਜੀ ਨੇ। ਉਦੋਂ ਤੇ ਫਿਰ ਮਹਾਰਾਜ ਦੇ ਨਾਲ ਹੀ ਗਏ ਹਜੂਰ ਸਾਹਿਬ ਨੰਦੇੜ ਦੀ ਧਰਤੀ ਤੇ। ਜਦੋਂ 1708 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਦਿੱਤੀ, ਭਾਈ ਮਣੀ ਸਿੰਘ ਜੀ ਉਸ ਮੌਕੇ ਤੇ ਚੌਰ ਸਾਹਿਬ ਕਰਦੇ ਸਨ। ਚੌਰ ਬਰਦਾਰ ਹੋ ਕੇ ਚੌਰ ਕਰਨ ਦੀ ਸੇਵਾ ਕੀਤੀ ਭਾਈ ਮਣੀ ਸਿੰਘ ਜੀ। ਪੰਜਾਂ ਸਿੰਘਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਵੀ ਹਾਜ਼ਰ ਸਨ। ਜਿਸ ਵੇਲੇ ਮਹਾਰਾਜ ਨੇ 3 ਪਰਿਕਰਮਾ ਕਰਕੇ 5 ਪੈਸੇ ਨਾਲੀਏਰ ਤੇ ਸ੍ਰੀ ਸਾਹਿਬ ਵੱਡੀ ਭੇਟ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਗੁਰਿਆਈ ਦਿੱਤੀ, ਆਪਣੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਖਾਲਸੇ ਪੰਥ ਦੇ ਵਿੱਚ ਸਥਿਤ ਕੀਤੀ। ਮਹਾਰਾਜ ਸਾਹਿਬ ਜੀ ਨੇ ਬਚਨ ਫਰਮਾਏ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਸੱਚਖੰਡ ਬਿਆਨਾ ਕਰ ਜਾਂਦੇ ਆ। ਬਾਅਦ ਵਿੱਚ ਭਾਈ ਮਣੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆ ਕੇ ਮੁੱਖ ਗ੍ਰੰਥੀ ਬਣਦੇ ਆ ਸ੍ਰੀ ਹਰਿਮੰਦਰ ਸਾਹਿਬ ਜੀ ਸੱਚਖੰਡ ਦਰਬਾਰ ਤੇ। 16 ਸਾਲ ਲਗਭਗ ਭਾਈ ਮਣੀ ਸਿੰਘ ਜੀ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਈ। ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਰੋਜ਼ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਅੰਮ੍ਰਿਤ ਵੇਲੇ ਦੇ ਸ੍ਰੀ ਮੁਖ ਵਾਗ ਦੀ ਕਥਾ ਤੇ ਲੜੀਵਾਰ ਕਥਾ ਗੁਰੂ ਦੀਆਂ ਸੰਗਤਾਂ ਨੂੰ ਇਤਿਹਾਸ ਦੀ ਕਥਾ ਵੀ ਨਾਲ ਸੁਣਾਇਆ ਕਰਦੇ, ਗੁਰਬਾਣੀ ਦੀ ਕਥਾ ਵੀ ਸੁਣਾਇਆ ਕਰਦੇ, ਗੁਰਬਾਣੀ ਵੀ ਲਿਖਿਆ ਕਰਦੇ। ਸਾਰਾ ਜੀਵਨ ਇਹ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਸਿੰਘਾਂ ਨੂੰ ਸੰਥਿਆ ਕਰਾਉਣ ਦੀ, ਕਥਾ ਕਰਨ ਦੀ ਇਹ ਸੇਵਾ ਮਹਾਰਾਜ ਵੱਲੋਂ ਲੱਗੀ ਹੋਈ ਨਿਭਾਈ। ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਆ ਕੇ ਗੁਰਬਾਣੀ ਦੀ ਕਥਾ, ਗੁਰਬਾਣੀ ਦੀ ਸੰਥਿਆ ਕਰਾਉਣ ਦੀ ਸੇਵਾ ਨਿਭਾਈ।
ਨਾਲੇ ਗੁਰਬਾਣੀ ਲਿਖਣ ਦੀ। ਤੇ 4 ਸਰੂਪ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰਮੁਖੀ ਵਿੱਚ ਲਿਖੇ। ਅੱਜ ਵੀ 4 ਤਖਤ ਸਾਹਿਬਾਂ ਤੇ ਪ੍ਰਕਾਸ਼ਮਾਨ ਹੁੰਦੇ ਸਮੇਂ-ਸਮੇਂ ਤੇ ਗੁਰਪੁਰਬਾਂ ਵਾਲੇ ਦਿਨ। ਇੱਕ ਅਰਬੀ ਭਾਸ਼ਾ ਵਿੱਚ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪਵਿੱਤਰ ਸਰੂਪ ਲਿਖਿਆ ਤੇ ਉਹ ਅਰਬ ਦੇ ਇਲਾਕੇ ਦੇ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਭੇਜਿਆ। ਦੋਨੇ ਟਕਸਾਲਾਂ ਗੁਰੂ ਕਲਗੀਧਰ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਅੱਜ ਵੀ ਚੱਲ ਰਹੀਆਂ ਹਨ। ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੀ ਟਕਸਾਲ, ਜਿਸ ਨੂੰ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਕਿਹਾ ਜਾਂਦਾ ਹੈ, ਜਿਸ ਨੂੰ ਸੱਤੋਂ ਕੀ ਗਲੀ ਵਾਲੀ ਟਕਸਾਲ ਕਿਹਾ ਜਾਂਦਾ ਹੈ, ਜਿਸ ਟਕਸਾਲ ਦੇ ਵਿੱਚ ਮਹਾਂਪੁਰਖ ਸੰਤ ਬਾਬਾ ਅਮੀਰ ਸਿੰਘ ਸਾਹਿਬ ਜੀ ਹੋਏ, ਸੰਤ ਬਾਬਾ ਕਿਰਪਾਲ ਸਿੰਘ ਸਾਹਿਬ ਜੀ ਮਹਾਂਪੁਰਖ ਹੋਏ। ਸੰਤ ਬਾਬਾ ਅਮੀਰ ਸਿੰਘ ਸਾਹਿਬ ਜੀ ਨੇ 60 ਕਥਾ ਕੀਤੀਆਂ ਆਪਣੇ ਜੀਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੇ ਵਿਦਿਆਰਥੀਆਂ ਨੂੰ ਪੜ੍ਹਾਈਆਂ। ਸੰਪੂਰਨ 60 ਕਥਾ। ਦੇਖੋ, ਜੇ 1 ਸਾਲ ਵਿੱਚ ਵੀ ਇੱਕ ਕਥਾ ਸੰਪੂਰਨ ਕਰਦੇ ਹੋਣਗੇ ਤਾਂ 60 ਸਾਲ ਦਾ ਸਮਾਂ ਨਾ ਫਿਰ ਲੱਗਾ। ਤੇ ਉਹਨਾਂ ਦੇ ਜੀਵਨ 'ਚ ਲਿਖਿਆ ਕਿ ਉਹਨਾਂ ਨੇ ਸਿੰਘਾਂ ਨੂੰ 1 ਸਾਲ 'ਚ ਇੱਕ ਕਥਾ ਦਾ ਭੋਗ ਪਾ ਦਿਆ ਕਰਦੇ ਸੀ। ਸੰਤ ਅਮੀਰ ਸਿੰਘ ਜੀ, ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੀ ਟਕਸਾਲ ਵਾਲੇ ਮਹਾਂਪੁਰਖ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ਾਂ ਦੇ ਪਾਤਰ। ਫਿਰ ਉਹਨਾਂ ਨੇ ਜੋ ਕਥਾ ਕੇ ਵਿਦਿਆਰਥੀਆਂ ਨੂੰ ਸੁਣਾਈ, ਉਹਨਾਂ ਦੇ ਵਿਦਿਆਰਥੀਆਂ ਵਿੱਚੋਂ ਹੀ ਮਹਾਂਪੁਰਖ ਸੰਤ ਬਾਬਾ ਕਿਰਪਾਲ ਸਿੰਘ ਜੀ ਹੋਏ। ਉਹਨਾਂ ਨੇ ਉਹਨਾਂ ਤੋਂ ਅਰਥ ਜਿਹੜੇ ਸੁਣੇ ਆ ਉਹਦਾ ਫਿਰ ਟੀਕਾ ਲਿਖਿਆ ਤੇ ਉਹ ਅਮੀਰ ਭੰਡਾਰ ਟੀਕਾ ਗੁਰਮੁਖ ਪੜ੍ਹਦੇ ਹਨ। 10 ਪੋਥੀਆਂ ਸਾਹਿਬ ਦੇ ਵਿੱਚ ਹੈ ਅਮੀਰ ਭੰਡਾਰ ਸੰਤ ਅਮੀਰ ਸਿੰਘ ਜੀ ਦੇ ਨਾਮ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਅਰਥ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਅੱਗੇ ਦਮਦਮਾ ਸਾਹਿਬ ਤੋਂ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਤੋਂ ਜੋ ਟਕਸਾਲ ਚੱਲੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ, ਉਸ ਨੂੰ ਦਮਦਮੀ ਟਕਸਾਲ ਕਿਹਾ ਗਿਆ, ਜਿਹਦੇ ਵਿੱਚ ਅੱਗੇ ਜਾ ਕਰਕੇ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖ ਹੋਏ। ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਇਸੇ ਤਰ੍ਹਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ। ਬਾਬਾ ਦੀਪ ਸਿੰਘ ਸਾਹਿਬ ਜੀ ਤੋਂ 14ਵੇਂ ਥਾਂ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਸਨ। ਤੋ ਇਸ ਪੰਕਤੀ ਤੋਂ ਹੀ ਸਾਧ ਸੰਗਤ ਜੀ ਇਹ ਕਾਰਨ ਬਣਿਆ। ਤਾਂ ਫਿਰ ਮਹਾਰਾਜ ਨੇ ਸਾਰੀ ਬਾਣੀ ਦੇ ਅਰਥ ਪੜ੍ਹਾਏ ਤੇ ਟਕਸਾਲਾਂ ਚਲਾਈਆਂ, ਇਹ ਅਰਥਾਂ ਦੀ ਸੰਪਰਦਾ ਚਲਾਈਆਂ ਮਹਾਰਾਜ ਸਾਹਿਬ ਜੀ ਨੇ। ਕਰਤੇ ਕੀ ਮਿੱਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਕਰਤੇ ਦੀ ਮਰਿਆਦਾ ਨੂੰ ਕਰਤਾ ਪੁਰਖ ਆਪ ਜਾਣਦਾ ਹੈ ਤੇ ਜਾਂ ਗੁਰੂ ਸੂਰਮਾ ਜਾਣਦਾ ਹੈ, ਕਿਉਂਕਿ ਗੁਰੂ ਕਰਤੇ ਦਾ ਹੀ ਸਰੂਪ ਹੈ। ਨਾਨਕ ਸੋਧੇ ਸਿਮਰਿਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਇਹ ਤੀਸਰੀ ਪੌੜੀ 'ਚ ਮਹਾਰਾਜ ਨੇ ਫਰਮਾਇਆ। ਅੱਗੇ ਚੌਥੀ ਪੌੜੀ ਜੋ ਹੈ ਓੰਕਾਰ ਬਾਣੀ ਦੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਗਿਆਨ ਗਵਾਇਆ ਜਪਾਇਆ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੱਥੇ ਨੰਗੇ ਅੱਖਰ ਦੁਆਰਾ ਸਤਿਗੁਰੂ ਜੀ ਫਰਮਾਉਂਦੇ ਹਨ, ਗਿਆਨ ਗਵਾਇਆ। ਜਿਵੇਂ ਗੱਗੇ ਅੱਖਰ ਦੁਆਰਾ ਵੀ ਲਿਖਿਆ ਜਾਂਦਾ ਹੈ, ਮਹਾਰਾਜ ਨੇ ਉਚਾਰਨ ਕੀਤਾ ਗਿਆਨ। ਇੱਥੇ ਨੰਗੇ ਅੱਖਰ ਦੁਆਰਾ ਸਤਿਗੁਰੂ ਜੀ ਨੇ ਗਿਆਨ ਗਵਾਇਆ ਵੀ ਜੀਵਾਂ ਨੇ ਆਪਣੇ ਸਰੂਪ ਦਾ, ਆਪਣੀ ਆਤਮਾ ਦਾ ਜਿਹੜਾ ਗਿਆਨ ਹੈ ਨਾ, ਉਹ ਗਵਾ ਦਿੱਤਾ ਹੈ। ਆਪਣੇ ਆਪ ਦਾ ਗਿਆਨ ਗਵਾ ਦਿੱਤਾ ਹੈ ਵੀ ਬਾਕੀ ਹੋਰ ਗਿਆਨ ਤਾਂ ਜੀਵਾਂ ਨੇ ਬਹੁਤਾ ਇਕੱਠਾ ਕੀਤਾ ਹੈ, ਸੱਜੇ ਖੱਬੇ ਦਾ, ਇੱਧਰ ਉੱਧਰ ਦਾ, ਬਾਹਰਲਾ ਪਦਾਰਥਾਂ ਦਾ। ਪਰ ਜਿਹੜਾ ਗਿਆਨ ਪ੍ਰਾਪਤ ਕਰਨਾ ਸੀ ਆਪਣੇ ਆਪ ਦਾ, ਆਪਣੀ ਆਤਮਾ ਦਾ, ਆਪਣੇ ਆਪੇ ਦਾ, ਉਹ ਗਿਆਨ ਨਹੀਂ ਹਾਸਲ ਕੀਤਾ, ਉਹ ਗਿਆਨ ਗਵਾ ਦਿੱਤਾ। ਉਧਰੋਂ ਭੁੱਲ ਗਏ ਜੀਵ। ਇਹ ਭੁੱਲ ਗਿਆ ਵੀ ਮੈਂ ਕੌਣ ਆ, ਮੈਂ ਕਿੱਥੋਂ ਆਇਆ ਵਾਂ, ਮੈਂ ਕੀ ਕਰਨ ਵਾਸਤੇ ਆਇਆ ਵਾਂ, ਕੀ ਕਰ ਰਿਹਾ ਵਾਂ, ਕੀ ਕਰਨ ਵਾਸਤੇ ਆਇਆ ਤੇ ਕਿੱਥੇ ਜਾਣਾ ਵਾਂ। ਆਪਣੇ ਆਪ ਦਾ ਪਤਾ ਹੀ ਨਹੀਂ। ਸਤਿਗੁਰੂ ਕਹਿੰਦੇ ਆਪਣੇ ਵੱਲੋਂ ਗਵਾਚਾ ਹੋਇਆ। ਬਾਕੀ ਹੋਰ ਗਿਆਨ ਜਿਹੜਾ ਉਹ ਬੜਾ ਹਾਸਲ ਕਰ ਰਿਹਾ ਹੈ ਬਾਹਰਲਾ। ਆਪਣੀ ਆਤਮਾ ਦਾ ਗਿਆਨ ਜਿਹੜਾ ਉਹ ਗਵਾ ਦਿੱਤਾ। ਕਿਉਂ ਗਵਾ ਦਿੱਤਾ? ਕਿਉਂਕਿ ਦੂਜਾ ਭਾਇਆ ਦੁਐਤ ਭਾਵ ਵਿੱਚ ਲੱਗ ਗਿਆ। ਈਰਖਾ, ਨਫ਼ਰਤ, ਵਕਾਰਾਂ ਦੇ ਵਿੱਚ, ਦੂਜੇ ਪਦਾਰਥਾਂ ਦੇ ਵਿੱਚ ਉਹ ਦੂਜਾ ਪੁਣਾ ਹੀ ਇਹਨੂੰ ਭਾਇਆ ਚੰਗਾ ਲੱਗਾ ਹੈ। ਇੱਕ ਪ੍ਰਭੂ ਨੂੰ ਛੱਡ ਕੇ ਬਾਕੀ ਸਾਰਾ ਕੁਝ ਦੂਜਾ ਪੁਣਾ ਹੀ ਹੈ। ਇਹ ਦੂਜੇ ਪੁਣੇ ਦੇ ਵਿੱਚ ਹੀ ਇਹਦਾ ਪ੍ਰੇਮ ਪੈ ਗਿਆ ਹੈ। ਇਸ ਨੂੰ ਦੁਐਤ ਹੀ ਚੰਗੀ ਲੱਗੀ ਹੈ।
ਇਸ ਕਰਕੇ ਇਹਨੇ ਗਿਆਨ ਗਵਾ ਦਿੱਤਾ। ਜਿਹੜਾ ਗਿਆਨ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋਣਾ ਸੀ, ਆਪਣੀ ਆਤਮਾ ਦਾ ਗਿਆਨ, ਉਹ ਗਿਆਨ ਇਸਨੇ ਤਿਆਗ ਦਿੱਤਾ, ਗਵਾ ਦਿੱਤਾ ਹੈ। ਪਰਮਾਤਮਾ ਦਾ ਗਿਆਨ ਹਾਸਲ ਕਰਨਾ ਸੀ, ਉਹ ਪਰਮਾਤਮਾ ਦਾ ਗਿਆਨ ਇਹਨੇ ਤਿਆਗ ਦਿੱਤਾ, ਗਵਾ ਦਿੱਤਾ ਹੈ, ਕਿਉਂਕਿ ਇਹ ਦੂਜੇ ਪਾਸੇ ਹੀ ਲੱਗਾ ਹੋਇਆ। ਜਿਵੇਂ ਮਹਾਰਾਜ ਆਸਾ ਕੀ ਵਾਰ ਵਿੱਚ ਫਰਮਾਉਂਦੇ, ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਨ ਜਾ ਰਿਹਾ। ਮਾਲਕ ਨੂੰ ਛੱਡ ਕੇ, ਇੱਕ ਪ੍ਰਭੂ ਨੂੰ ਛੱਡ ਕੇ, ਵਾਹਿਗੁਰੂ ਦੇ ਗਿਆਨ ਨੂੰ ਛੱਡ ਕੇ ਜਿਹੜੇ ਦੂਜੇ ਪਾਸੇ ਲੱਗੇ ਆ, ਸਤਿਗੁਰੂ ਕਹਿੰਦੇ ਉਹ ਜੀਵ ਰੂਪੀ ਵਣਜਾਰੇ ਡੁੱਬ ਗਏ। ਸਾਨੂੰ ਵਣਜਾਰੇ ਆਖਿਆ ਮਹਾਰਾਜ ਨੇ, ਵਪਾਰੀ ਆਖਿਆ। ਨਾਮ ਦਾ ਵਪਾਰ ਕਰਨ ਵਾਸਤੇ ਆਏ ਆ ਸੰਸਾਰ ਦੇ ਵਿੱਚ। ਸਵਾਸਾਂ ਦੀ ਪੂੰਜੀ ਦੇ ਕੇ ਕਰਤਾ ਪੁਰਖ ਨੇ ਭੇਜਿਆ ਹੈ, ਪਰ ਇਹ ਸਵਾਸਾਂ ਦੀ ਪੂੰਜੀ ਜਿਹੜੀ ਹੈ, ਇਹ ਸਵਾਸਾਂ ਦੀ ਰਾਸ ਪੂੰਜੀ, ਇਹ ਹੋਰ ਪਾਸੇ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਖਰਚ ਹੋ ਰਹੀ ਹੈ, ਇਹ ਦੂਜੇ ਪਾਸੇ ਹੀ ਖਰਚ ਹੋ ਰਹੀ ਹੈ। ਮਾਰੇ ਕਹਿੰਦੇ ਡੁੱਬੇ ਸੇਵਨ ਜਾ ਰਿਹਾ। ਸਤਿਗੁਰੂ ਹੈ ਬੋਹਿ ਥਾ ਵਿਰਲਾ ਕਿਨਾ ਵਿਚਾਰਿਆ। ਸਤਿਗੁਰੂ ਜਹਾਜ਼ ਹੈ, ਕਿਸੇ ਵਿਰਲੇ ਨੇ ਵਿਚਾਰਿਆ ਕਿ ਸਤਿਗੁਰੂ ਰੂਪੀ ਜਹਾਜ਼ ਦੀ ਸੰਗਤ ਕਰਨੀ, ਇਸ ਜਹਾਜ਼ ਤੇ ਚੜ੍ਹਨਾ ਹੈ ਤੇ ਤਾਂ ਸੰਸਾਰ ਭੌਜਲ ਤੋਂ ਪਾਰ ਹੋਣਾ ਹੈ। ਸਤਿਗੁਰੂ ਹੈ ਬੋਹਿ ਥਾ ਵਿਰਲਾ ਕਿਨਾ ਵਿਚਾਰਿਆ, ਕਰ ਕਿਰਪਾ ਪਾਰੇ ਉਤਾਰਿਆ। ਜਿਸ ਉੱਤੇ ਕਿਰਪਾ ਕੀਤੀ ਉਹਨੂੰ ਸੰਸਾਰ ਭੌਜਲ ਤੋਂ ਪਾਰ ਕਰ ਦਿੱਤਾ। ਮਹਾਰਾਜ ਕਹਿੰਦੇ ਜੀਵਾਂ ਨੇ ਪ੍ਰਭੂ ਦੇ ਗਿਆਨ ਨੂੰ ਗਵਾ ਦਿੱਤਾ ਹੈ, ਦੂਜੇ ਭਾਵ ਵਿੱਚ ਲੱਗ ਗਏ ਹਨ। ਗਰਭ ਗਰੇ ਇਕ ਖਾਇਆ। ਦੂਜਾ ਭਾਗ ਕੀ ਹੈ? ਦੂਜੇ ਭਾਵ ਵਿੱਚ ਗਰਭ ਵੀ ਹੈ। ਗਰਭ ਨਾਮ ਹੈ ਹੰਕਾਰ ਦਾ। ਜੀਵ ਹੰਕਾਰ ਦੇ ਵਿੱਚ ਗਲ ਰਹੇ ਹਨ। ਸਤਿਗੁਰੂ ਕਹਿੰਦੇ, ਜਿਵੇਂ ਸੁਖਮਨੀ ਸਾਹਿਬ ਚ ਫਰਮਾਇਆ, ਸੁਖੀ ਬਸੈ ਮਸਕੀਨੀਆਂ। ਜਿਨ੍ਹਾਂ ਨੇ ਨਿਮਰਤਾ ਧਾਰਨ ਕੀਤੀ ਹੈ, ਮਸਕੀਨੀ ਧਾਰਨ ਕੀਤੀ ਹੈ। ਮਸਕੀਨੀ ਨਾਮ ਹੈ ਨਿਰਮਾਣਤਾ ਦਾ, ਨਿਮਰਤਾ ਦਾ। ਜਿਵੇਂ ਗੁਰੂ ਕੇ ਪੰਥ ਦੇ ਵਿਦਵਾਨ, ਉਹਨਾਂ ਦੇ ਨਾਮ ਦੇ ਨਾਲ ਵੀ ਮਸਕੀਨ ਅੱਖਰ ਲੱਗਦਾ ਹੁੰਦਾ ਸੀ। ਗਿਆਨੀ ਸੰਤ ਸਿੰਘ ਜੀ ਮਸਕੀਨ, ਮਸਕੀਨ ਨਾਮ ਹੈ ਨਿਮਰਤਾ ਦਾ। ਨਿਰਮਾਣਤਾ, ਮਸਕੀਨੀ, ਨਿਮਰਤਾ। ਸੁਖੀ ਬਸੈ ਮਸਕੀਨੀਆਂ। ਜਿਸ ਨੇ ਨਿਮਰਤਾ ਧਾਰਨ ਕੀਤੀ, ਮਹਾਰਾਜ ਕਹਿੰਦੇ ਉਹ ਸੁਖੀ ਵਸਦਾ। ਆਪ ਨਿਵਾਰ ਤਲੇ। ਜਿਸ ਨੇ ਹੰਕਾਰ ਨਿਵਰਤ ਕੀਤਾ ਤੇ ਤਲੇ ਨੀਵਾ ਹੋਇਆ, ਆਪਾ ਭਾਵ ਛੱਡ ਕੇ, ਹੰਕਾਰ ਛੱਡ ਕੇ, ਮੈਂ ਪੁਣਾ ਛੱਡ ਕੇ, ਹਉਮੈ ਹੰਗਤਾ ਨੂੰ ਛੱਡ ਕੇ ਜਿਹੜਾ ਨੀਵਾ ਹੋਇਆ, ਝੁਕਿਆ ਅੰਦਰੋਂ, ਉਹ ਸੁਖੀ ਵਸਦਾ। ਵੱਡੇ ਵੱਡੇ ਅਹੰਕਾਰੀਆ, ਜਿਹੜੇ ਵੱਡੇ ਵੱਡੇ ਹੰਕਾਰੀ, ਜਿਨ੍ਹਾਂ ਨੇ ਹੰਕਾਰ ਕੀਤਾ ਹੈ, ਨਾਨਕ ਗਰਭ ਗਲੇ। ਮਹਾਰਾਜ ਕਹਿੰਦੇ ਉਹਨਾਂ ਨੂੰ ਹੋਰ ਕਿਸੇ ਨੇ ਨਹੀਂ ਗਾਲਿਆ, ਉਹਨਾਂ ਦੇ ਆਪਣੇ ਹੰਕਾਰ ਨਹੀਂ ਉਹਨਾਂ ਨੂੰ ਗਾਲ ਦਿੱਤਾ। ਵੱਡੇ ਵੱਡੇ ਹੰਕਾਰੀ ਜਿਹੜੇ ਆ, ਉਹ ਹੰਕਾਰ ਦੇ ਵਿੱਚ ਹੀ ਗਲ ਗਏ, ਹੰਕਾਰ ਨਹੀਂ ਉਹਨਾਂ ਨੂੰ ਗਾਲ ਦਿੱਤਾ। ਗਰਭ, ਜਿੱਥੇ ਹੰਕਾਰ ਦਾ ਵਾਚਕ ਆਉਂਦਾ ਹੈ ਉੱਥੇ ਬੱਬੇ ਨਾਲੇ ਪਾਠ ਆਉਂਦਾ ਹੈ। ਗਰਭ ਗਲੇ, ਜਿਵੇਂ ਇੱਥੇ ਮਹਾਰਾਜ ਨੇ ਆਖਿਆ ਗਰਭ ਗਲੇ ਬਿਖ ਖਾਇਆ। ਜਿੱਥੇ ਗਰਭ ਦਾ ਵਾਚਕ ਆਉਂਦਾ ਹੈ ਉੱਥੇ ਭੱਬੇ ਨਾਲ ਆਉਂਦਾ ਹੈ। ਗਰਭ, ਉਹ ਗਰਭ ਦਾ ਵਾਚਕ ਹੈ, ਪੇਟ ਦਾ, ਉਦਰ ਦਾ ਵਾਚਕ ਹੈ। ਜਿੱਥੇ ਬੱਬੇ ਨਾਲ ਹੈ ਉੱਥੇ ਹੰਕਾਰ ਦਾ। ਗਰਭ ਗਲੇ, ਹੰਕਾਰ ਦੇ ਵਿੱਚ ਜੀਵ ਗਲ ਗਏ, ਕਿਉਂਕਿ ਹੰਕਾਰ ਗਾਲ ਦਿੰਦਾ ਹੈ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਵੀ ਹੰਕਾਰ ਜੀਵ ਕਰੀ ਜਾਂਦਾ ਹੈ, ਪਰ ਇਹ ਗੱਲ ਸਮਝੇ ਵੀ ਇੱਥੇ ਰਹਿਣਾ ਤੇ ਹੈ ਨਹੀਂ ਸੰਸਾਰ ਤੇ ਸਦਾ। ਹੰਕਾਰ ਤੇ ਤਾਂ ਕਰੀਏ ਜੇ ਸਦਾ ਰਹਿਣਾ ਹੋਵੇ। ਜਾਂ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਰਭ ਹੰਡਿਆ। ਫਿਰ ਕਾਹਦੇ ਵਾਸਤੇ ਹੰਕਾਰ ਹੰਡਾਉਣਾ ਹੈ? ਕਾਹਦੇ ਵਾਸਤੇ ਹੰਕਾਰ ਕਰਨਾ ਹੈ? ਵੀ ਮੈਂ ਵੱਡਾ ਦਾਨੀ, ਮੈਂ ਵੱਡਾ ਗਿਆਨੀ, ਮੈਂ ਵੱਡਾ ਇਸ਼ਨਾਨੀ, ਮੈਂ ਵੱਡਾ ਧਾਰਮਿਕ, ਮੈਂ ਵੱਡਾ ਸੇਵਾਦਾਰ, ਮੈਂ ਵੱਡਾ ਜਪੀ ਤਪੀ, ਮੈਂ ਵੱਡਾ ਧਨਵਾਨ। ਮੈਂ ਸਤਿਗੁਰੂ ਕਹਿੰਦੇ ਜਿੰਨਾ ਚਿਰ ਮੈਂ ਉਹਨਾਂ ਚਿਰ ਕਾਰਜ ਨਹੀਂ ਸੌਰਦਾ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਏ। ਕਾਰਜ ਤੇ ਉਸ ਵੇਲੇ ਸੌਰਨਾ ਜਦੋਂ ਮੈਂ ਮੁੱਕੇਗੀ, ਜਦੋਂ ਮੇਰੀ ਮੇਰੀ ਖਤਮ ਹੋਵੇਗੀ, ਜਦੋਂ ਹੰਕਾਰ ਦੂਰ ਹੋਵੇਗਾ, ਨਿਮਰਤਾ ਆਵੇਗੀ। ਜਿਸ ਕੈ ਅੰਤਰ ਰਾਜ ਅਭਿਮਾਨ, ਜਿਹਦੇ ਅੰਦਰ ਮਹਾਰਾਜ ਕਹਿੰਦੇ ਰਾਜ ਦਾ ਅਭਿਮਾਨ ਹੈ, ਸੋ ਨਰਕ ਪਾਤੀ ਹੋਵਤ ਸੁਆਨ।
ਉਹਨੂੰ ਨਰਕਪਾਤੀ ਨਰਕਾਂ ਵਿੱਚ ਪੈਣਾ ਪੈਂਦਾ ਤੇ ਸਵਾਨ ਕੁੱਤਾ ਬਣਨਾ ਪੈਂਦਾ। ਕੁੱਤੇ ਦੀ ਜੂਨ ਮਿਲਦੀ ਆ ਜੇ ਰਾਜ ਦਾ ਹੰਕਾਰ ਕਰੇ। ਜੇ ਰਾਜ ਦੇ ਉੱਤੇ ਬੈਠ ਕੇ ਚੰਗੇ ਕੰਮ ਨਾ ਕਰੇ, ਪ੍ਰਜਾ ਨੂੰ ਸੁੱਖ ਨਾ ਦੇਵੇ, ਫਿਰ ਨਰਕਾਂ 'ਚ ਵੀ ਪੈਣਾ ਪੈਂਦਾ ਹੈ ਤੇ ਕੁੱਤੇ ਦੀ ਜੂਨ ਵਿੱਚ ਵੀ ਪੈਣਾ ਪੈਂਦਾ। ਆ ਸ਼ਾਮੀ ਜੋ ਲੜੀਵਾਰ ਕਥਾ ਚੱਲ ਰਹੀ ਇਤਿਹਾਸ ਦੀ ਜਗਤ ਗੁਰੂ ਬਾਬਾ ਜੀ ਦੇ ਅਸਥਾਨ ਤੇ, ਉਹਦੇ 'ਚ ਪ੍ਰਸੰਗ ਆਇਆ ਸੀ। ਕਲਗੀਧਰ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਪੰਜਾਂ ਪਿਆਰਿਆਂ ਦੇ ਜਥੇਦਾਰ ਪਿਆਰੇ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ, ਦੋਨਾਂ ਨੂੰ ਭੇਜਿਆ ਸੀ ਜਫਰਨਾਮਾ ਦੇ ਕੇ, ਦੀਨੇ ਤੋਂ ਲਿਖ ਕੇ ਫਤਿਹ ਦੀ ਚਿੱਠੀ ਔਰੰਗਜ਼ੇਬ ਨੂੰ ਦੇਣ ਵਾਸਤੇ। ਅਹਿਮਦ ਨਗਰ ਗਏ ਸੀ ਦੱਖਣ ਦੇ ਵਿੱਚ। ਕਈਆਂ ਮਹੀਨਿਆਂ ਬਾਅਦ ਜਿਸ ਵੇਲੇ ਔਰੰਗਜ਼ੇਬ ਨਾਲ ਮੇਲ ਮਿਲਾਪ ਹੁੰਦਾ ਤੇ ਜਾ ਕੇ ਜਫਰਨਾਮਾ ਦਿੰਦੇ ਔਰੰਗਜ਼ੇਬ ਦੇ ਹੱਥ ਵਿੱਚ, ਪਿਆਰੇ ਦਇਆ ਸਿੰਘ ਜੀ ਨਾਲ ਧਰਮ ਸਿੰਘ। ਤੇ ਕਈ ਤਰ੍ਹਾਂ ਦੇ ਸਵਾਲ ਕਰਦਾ ਔਰੰਗਜ਼ੇਬ, ਪਿਆਰੇ ਦਇਆ ਸਿੰਘ ਜੀ ਆ ਡਟ ਕੇ ਜਵਾਬ ਦਿੰਦੇ ਹਰ ਇੱਕ ਦਾ, ਨਿਡਰਤਾ ਦੇ ਨਾਲ, ਬੇਖੌਫਤਾ ਦੇ ਨਾਲ, ਚੜ੍ਹਦੀ ਕਲਾ ਦੇ ਨਾਲ। ਫਿਰ ਇੱਕ ਗੱਲ ਉਹਨੇ ਇਹ ਕੀਤੀ, ਔਰੰਗਜ਼ੇਬ ਕਹਿਣ ਲੱਗਾ ਵੀ ਤੁਹਾਡੇ ਗੁਰੂ ਸਾਹਿਬ ਦੇ ਵਿੱਚ ਤਾਂ ਕਰਾਮਾਤਾਂ ਹਨ, ਕੀ ਤੁਹਾਡੇ ਸਿੱਖਾਂ ਵਿੱਚ ਵੀ ਕਰਾਮਾਤਾਂ ਹੈਗੀਆਂ? ਪਿਆਰੇ ਦਇਆ ਸਿੰਘ ਕਹਿਣ ਲੱਗੇ ਵੀ ਔਰੰਗਜ਼ੇਬ, ਗੁਰੂ ਸਾਹਿਬ ਵਿੱਚ ਵੀ ਕਰਾਮਾਤਾਂ ਵਾ ਤੇ ਗੁਰੂ ਸਾਹਿਬ ਦੇ ਸਿੱਖਾਂ ਵਿੱਚ ਵੀ ਕਰਾਮਾਤਾਂ ਬੇਅੰਤ ਆ। ਇਹ ਕੋਈ ਅਚਰਜ ਗੱਲ ਥੋੜਾ ਵਾ ਵੀ ਗੁਰੂ ਕੇ ਸਿੱਖਾਂ ਵਿੱਚ ਕਰਾਮਾਤਾਂ ਨਾ ਹੋਣਗੀਆਂ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਗੁਰੂ ਘਰ ਦੇ ਤਾਂ ਕੂਕਰਾਂ ਵਿੱਚ ਵੀ, ਕੁੱਤਿਆਂ ਵਿੱਚ ਵੀ ਕਰਾਮਾਤਾਂ ਹੈਗੀਆਂ, ਤੂੰ ਸਿੱਖਾਂ ਦੀ ਗੱਲ ਕਰਦਾ? ਸਿੱਖਾਂ ਨੂੰ ਤੇ ਮਹਾਰਾਜ ਨੇ ਬੇਅੰਤ ਬਖਸ਼ਿਸ਼ਾਂ ਦਿੱਤੀਆਂ ਦਸਵੇਂ ਪਾਤਸ਼ਾਹ ਨੇ। ਗੁਰੂ ਘਰ ਦੇ ਤਾਂ ਕੂਕਰਾਂ ਵਿੱਚ ਵੀ, ਜਿਹੜੇ ਗੁਰੂ ਘਰ ਦੇ ਕੁੱਤੇ ਆ ਨਾ, ਉਹਨਾਂ ਵਿੱਚ ਵੀ ਕਰਾਮਾਤਾਂ ਹੈਗੀਆਂ। ਤੇ ਔਰੰਗਜ਼ੇਬ ਕਹਿੰਦਾ ਵਾ ਵੀ ਦਇਆ ਸਿੰਘਾ ਫਿਰ ਲਿਆ ਕੋਈ ਕੁੱਤਾ ਤੇ ਵਿਖਾ ਕਰਾਮਾਤ। ਫਿਰ ਭਾਈ ਧਰਮ ਸਿੰਘ ਜੀ ਨੂੰ ਭੇਜਦੇ, ਕਹਿੰਦੇ ਵੀ ਲੈ ਕੇ ਆਓ। ਭਾਈ ਧਰਮ ਸਿੰਘ ਜੀ ਉਹ ਫਿਰ ਇੱਕ ਸ਼ਿਕਾਰੀ ਕੁੱਤਾ ਲੈ ਕੇ ਆਉਂਦੇ। ਸਭਾ ਦੇ ਵਿੱਚ ਔਰੰਗਜ਼ੇਬ ਦੀ ਸਭਾ ਲੱਗੀ ਹੋਈ, ਉਹ ਆਪਣੇ ਸਿੰਘਾਸਨ ਤੇ ਬੈਠਾ ਵਾ, ਉਮਰਾਵ, ਵਜ਼ੀਰ, ਮੰਤਰੀ, ਸੰਤਰੀ ਸਾਰੇ ਬੈਠੇ ਹੋਏ ਆ, ਐ ਪੂਰੀ ਸਭਾ ਭਰੀ ਦੋਨਾਂ ਪਾਸਿਓਂ। ਜਦੋਂ ਸ਼ਿਕਾਰੀ ਕੁੱਤਾ ਭਾਈ ਧਰਮ ਸਿੰਘ ਜੀ ਸਾਹਮਣੇ ਲੈ ਕੇ ਆਉਂਦੇ ਆ, ਪਿਆਰੇ ਦਇਆ ਸਿੰਘ ਜੀ ਉਹ ਕੁੱਤੇ ਵੱਲੇ ਵੇਖ ਕੇ ਕਹਿੰਦੇ ਆ ਵੀ ਇਹਨੂੰ ਕੋਈ ਦੇ ਉੱਤਰੇ ਕਰਾਂ ਤਸੱਲੀ ਬਖਸ਼। ਫਿਰ ਉਹ ਕੁੱਤਾ ਬੋਲਿਆ ਇਨਸਾਨ ਦੀ ਤਰ੍ਹਾਂ, ਮਨੁੱਖ ਦੀ ਤਰ੍ਹਾਂ, ਪਿਆਰੇ ਦਇਆ ਸਿੰਘ ਜੀ ਦੇ ਕਹਿਣ ਕਰਕੇ। ਉਹਨੇ ਆਖਿਆ ਔਰੰਗਜ਼ੇਬ ਜ਼ਾਲਮਾ, ਪਾਪੀਆ, ਤੂੰ ਪਹਿਲਾਂ ਵੀ ਸਾਡੇ ਵਿੱਚੋਂ ਹੀ ਗਿਆ, ਕੁੱਤਿਆਂ ਵਿੱਚ ਹੀ ਸਾਂ ਤੂੰ, ਤੇ ਫਿਰ ਰੱਬ ਨੇ ਤੈਨੂੰ ਬੰਦਾ ਬਣਾ ਦਿੱਤਾ, ਤੂੰ ਬੰਦਾ ਬਣ ਕੇ ਰਾਜ ਭਾਗ ਤੇ ਰਾਜ ਗੱਦੀ ਤੇ ਬਹਿ ਗਿਆ, ਪਰ ਕੰਮ ਨਹੀਂ ਬੰਦਿਆਂ ਵਾਲੇ ਤੂੰ ਕੀਤੇ, ਕੰਮ ਫਿਰ ਤੂੰ ਕੁੱਤਿਆਂ ਵਾਲੇ ਹੀ ਕੀਤੇ। ਇਸ ਕਰਕੇ ਤੂੰ ਇੱਥੇ ਬੈਠਾ ਨਹੀਂ ਚੰਗਾ ਲੱਗਦਾ, ਮਰ ਆਪਣੀ ਉਮਰ ਭੋਗ, ਮਰ ਕੇ ਫਿਰ ਆ ਸਾਡੇ ਵਿੱਚ, ਤੂੰ ਸਾਡਾ ਵੀ ਭਰਾ ਵਾ, ਕੁੱਤਿਆਂ ਦਾ ਹੀ, ਇਸ ਕਰਕੇ ਆ ਕੁੱਤਿਆਂ ਵਿੱਚ ਹੀ। ਫੇਰ ਜਿਵੇਂ ਉਹ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਨਾ, ਉਹ ਕਹਿੰਦੇ ਵੀ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੈ, ਵੀ ਉਹਨੂੰ ਰਾਜ ਤੇ ਬਿਠਾ ਦਿੱਤਾ ਜਾਵੇ ਤੇ ਉਹਦੀ ਬਿਰਤੀ ਉਹ ਬਣਦੀ ਹੈ, ਫਿਰ ਉਹ ਜਾ ਕੇ ਚੱਕੀ ਨੂੰ ਹੀ ਚੱਟਦਾ ਹੈ, ਪਰੋਲਾ ਮੂੰਹ ਚ ਪਾ ਲਏਗਾ, ਚੱਕੀ ਦੇ ਉੱਤੇ ਜੀਭਾ ਮਾਰੀ ਜਾਵੇਗਾ ਜਾ ਕੇ। ਇਹ ਇਤਿਹਾਸ ਵਿੱਚ ਉਹ ਬਚਨ ਆਇਆ ਵੀ ਉਹਨੇ ਕੂਕਰ ਨੇ ਬੋਲ ਕਰਕੇ ਆਖਿਆ ਵੀ ਤੈਨੂੰ ਬਣ ਤੇ ਗਿਆ ਬੰਦਾ, ਪਰ ਤੇਰੀ ਕਰਤੂਤ ਫਿਰ ਸਾਡੇ ਵਾਲੀ ਰਹੀ, ਕਿਉਂਕਿ ਸਾਡੇ ਵਿੱਚੋਂ ਹੀ ਗਿਆ ਤੂੰ, ਇਸ ਕਰਕੇ ਹੁਣ ਆ ਜਾ ਫਿਰ ਸਾਡੇ ਵਿੱਚ ਹੀ, ਕੁੱਤਿਆਂ ਵਿੱਚ ਹੀ ਆ ਕੇ ਰਲ। ਬੜਾ ਸ਼ਰਮਿੰਦਾ ਹੋਇਆ ਔਰੰਗਜ਼ੇਬ ਇਹ ਵੇਖ ਕੇ ਵੀ ਇਹ ਤਾਂ ਕੁੱਤਾ ਵੀ ਬੋਲਣ ਲੱਗ ਪਿਆ। ਉਹ ਪਿਆਰੇ ਦਇਆ ਸਿੰਘ ਜੀ ਦੇ ਬਚਨਾਂ ਦੇ ਨਾਲ ਇਹ ਸਾਰੀ ਕਰਾਮਾਤ ਉੱਥੇ ਵਰਤੀ ਉਹਦੀ ਸਭਾ ਦੇ ਵਿੱਚ। ਤੇ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ 'ਚ ਲਿਖਿਆ ਵੀ ਜਿਹਨੂੰ ਰਾਜ ਦਾ ਹੰਕਾਰ ਹੋ ਜਾਵੇ, ਰਾਜ ਪਰਮੇਸ਼ਰ ਨੇ ਦਿੱਤਾ, ਉਹਦਾ ਸ਼ੁਕਰਾਨਾ ਕਰਕੇ ਪ੍ਰਜਾ ਨੂੰ ਸੁੱਖ ਦੇਵੇ, ਜੀਵਾਂ ਜੰਤੂਆਂ ਨੂੰ ਸੁੱਖ ਦੇਵੇ, ਫਿਰ ਤਾਂ ਸਫਲਾ ਹੋ ਜਾਵੇਗਾ। ਧਰਮੀ ਰਾਜੇ ਵੀ ਹੋਏ, ਅੱਜ ਤੱਕ ਮਹਾਰਾਜਾ ਰਣਜੀਤ ਸਿੰਘ ਨੂੰ ਲੋਕ ਯਾਦ ਕਰਦੇ, ਅੱਜ ਤੱਕ ਉਹਦੇ ਵਿੱਚ ਕਿੰਨੇ ਗੁਣ ਸਨ। ਖਾਲਸੇ ਦਾ ਰਾਜ,
ਜਦੋਂ ਕਿਤੇ ਬੇਰੀ ਤੋਂ ਬੇਰ ਲਾਉਂਦਿਆਂ ਬੱਚਿਆਂ ਨੇ ਵੱਟਾ ਮਾਰਿਆ ਸੀ ਬੇਰੀ ਨੂੰ, ਤੇ ਮਹਾਰਾਜੇ ਰਣਜੀਤ ਸਿੰਘ ਦੇ ਮੱਥੇ ਜਾ ਕੇ ਵੱਜਾ ਸੀ, ਉਹਦੇ ਜੀਵਨ 'ਚ ਲਿਖਿਆ। ਸਿਪਾਹੀਆਂ ਨੂੰ ਕਹਿੰਦਾ ਬੱਚਿਆਂ ਨੂੰ ਫੜ ਕੇ ਲਿਆਓ। ਉਹਨਾਂ ਦਾ ਖਿਆਲ ਕੋਈ ਬੱਚਿਆਂ ਨੂੰ ਸਜ਼ਾ ਦੇਣੀ ਹੋਣੀ। ਜਦੋਂ ਫੜ ਕੇ ਲਿਆਂਦਾ ਕਹਿੰਦੇ ਕਿੰਨੇ ਵੱਟਾ ਮਾਰਿਆ? ਉਹ ਇੱਕ ਦੂਜੇ ਦਾ ਨਾਂ ਲੈਣ, ਮੈਂ ਨਹੀਂ ਮਾਰਿਆ, ਇਹਨੇ ਮਾਰਿਆ, ਇਹਨੇ ਮਾਰਿਆ। ਜਿਸ ਨੇ ਮਾਰਿਆ ਸੀ, ਜਿਹਦੇ ਤੋਂ ਵੱਜਾ ਮਾਰਿਆ ਤੇ ਉਹਨੇ ਬੇਰੀ ਨੂੰ ਸੀ। ਉਹਨੇ ਕਿਹਾ ਮਹਾਰਾਜਾ ਸਾਹਿਬ ਮਾਰਿਆ ਤੇ ਸੀ ਬੇਰੀ ਨੂੰ, ਬੇਰ ਲਾਉਂਦਿਆਂ। ਅੱਗੇ ਤੁਸੀਂ ਲੰਘ ਰਹੇ ਸੀ ਤੇ ਤੁਹਾਡੇ ਮੱਥੇ 'ਚ ਆ ਕੇ ਵੱਜ ਗਿਆ, ਮੇਰੀ ਕੀ ਗਲਤੀ ਹੈ? ਤੇ ਮਹਾਰਾਜੇ ਰਣਜੀਤ ਸਿੰਘ ਨੇ ਆਖਿਆ ਵੀ ਤੁਸੀਂ ਬੇਰੀ ਨੂੰ ਵੱਟਾ ਮਾਰਦੇ ਹੋ ਤੇ ਉਹ ਤੁਹਾਨੂੰ ਬੇਰ ਦਿੰਦੀ ਹੈ, ਤੇ ਹੁਣ ਮਹਾਰਾਜੇ ਦੇ ਮਾਰਿਆ ਤੇ ਮਹਾਰਾਜਾ ਕੀ ਦੇਵੇ? ਮੈਨੂੰ ਵੀ ਕੋਈ ਤੁਹਾਨੂੰ ਦੇਣਾ ਚਾਹੀਦਾ ਨਾ। ਕਹਿੰਦੇ 2 ਪਿੰਡ ਇਨਾਮ ਵਜੋਂ ਦੇ ਦਿੱਤੇ, 2 ਪਿੰਡ ਦੇ ਦਿੱਤੇ, ਉਹਨਾਂ ਬੱਚਿਆਂ ਦੇ ਨਾਂ ਲਾ ਦਿੱਤੇ, ਨਾਲੇ ਸੋਨੇ ਦੀਆਂ ਮੋਹਰਾਂ ਦਿੱਤੀਆਂ। ਇਸ ਤਰ੍ਹਾਂ ਦੇ ਹੋਰ ਵੀ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਆਉਂਦੇ ਆ। ਹਾਂ, ਗੁਣ ਔਗਣ ਤੇ ਹਰੇਕ ਇਨਸਾਨ ਵਿੱਚ ਹੁੰਦੇ ਆ, ਪਰ ਮਹਾਰਾਜ ਨੇ ਆਖਿਆ ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਪਰ ਉਹਨਾਂ ਵਿੱਚ ਗੁਣ ਬੜੇ ਸਨ। ਬਹੁਤ ਜਿਹੜਾ 40 ਸਾਲ ਰਾਜ ਕੀਤਾ ਵਾ ਤੇ ਪ੍ਰਜਾ ਨੂੰ ਸੁੱਖ ਦਿੱਤਾ, ਹਰ ਇੱਕ ਦੇ ਦੁੱਖ ਨੂੰ ਵੰਡਾਇਆ। ਪਰ ਜਦੋਂ ਰਾਜ ਭਾਗ ਮਹਾਰਾਜ ਸਾਹਿਬ ਕਹਿੰਦੇ ਆ, ਇਹ ਪਰਮੇਸ਼ਰ ਹੰਕਾਰ ਦੀ ਗੱਲ ਚੱਲ ਰਹੀ ਨਾ, ਹੰਕਾਰ ਦੀ, ਗਰਭ ਗਲੇ ਵੀ ਹੰਕਾਰ ਦੇ ਵਿੱਚ ਮਨੁੱਖ ਗਲ ਜਾਂਦਾ। ਤੇ 5ਵੇਂ ਪਾਤਸ਼ਾਹ ਕਹਿੰਦੇ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਣ। ਜਿਹਨੂੰ ਰਾਜ ਦਾ ਹੰਕਾਰ ਹੋ ਜਾਵੇ ਉਹ ਜਿਉਂਦਿਆਂ ਵੀ ਕੁੱਕਰ ਦੀ ਤਰ੍ਹਾਂ ਹੈ, ਤੇ ਉਮਰ ਪੂਰੀ ਹੋਣ ਤੋਂ ਬਾਅਦ ਨਰਕਾਂ ਵਿੱਚ ਵੀ ਪੈਂਦਾ ਹੈ, ਤੇ ਕੁੱਤੇ ਦੀ ਜੂਨ 'ਚ ਪੈਣਾ ਪੈਂਦਾ ਹੈ। ਜੋ ਜਾਣੈ ਮੈਂ ਜੋ ਬਣਵੰਤ, ਜਿਸ ਨੂੰ ਜਵਾਨੀ ਦਾ ਹੰਕਾਰ ਹੋ ਜਾਵੇ, ਸੋ ਹੋਵਤ ਬਿਸ਼ਟਾ ਕਾ ਜੰਤ। ਜਿਉਂਦਿਆਂ ਵੀ ਮਨੁੱਖਾ ਜਨਮ ਵਿੱਚ ਵੀ ਉਹ ਗੰਦਗੀ ਦਾ ਕੀੜਾ ਹੀ ਹੁੰਦਾ, ਕਿਉਂਕਿ ਹਰ ਵੇਲੇ ਵਿਕਾਰਾਂ ਵਿੱਚ ਪਿਆ ਰਹਿੰਦਾ, ਤੇ ਉਮਰ ਪੂਰੀ ਹੋਣ ਤੋਂ ਬਾਅਦ ਵੀ ਉਹਨੂੰ ਗੰਦਗੀ ਦਾ ਕੀੜਾ ਬਣਨਾ ਪੈਂਦਾ। ਆਪਸ ਕਉ ਕਰਮਵੰਤ ਕਹਾਵੈ, ਜਿਹੜਾ ਚੰਗੇ ਕਰਮਾਂ ਦਾ ਹੰਕਾਰ ਕਰਦਾ ਹੈ। ਵੇਖੋ ਸਾਰੀ ਬਾਣੀ ਚ ਮਹਾਰਾਜ ਨੇ ਆਖਿਆ ਮਾੜੇ ਕਰਮ ਛੱਡ ਤੇ ਚੰਗੇ ਕਰਮ ਕਰਿਆ ਕਰ, ਚੰਗਿਆਈਆਂ ਕਰਿਆ ਕਰ। ਪਰ ਸਤਿਗੁਰੂ ਕਹਿੰਦੇ ਜੇ ਚੰਗੇ ਕਰਮਾਂ ਦਾ ਹੰਕਾਰ ਹੋ ਗਿਆ, ਕਿਉਂਕਿ ਹੰਕਾਰ ਹੁੰਦਾ ਹੀ ਚੰਗੇ ਕੰਮਾਂ ਦਾ ਵਾ, ਮਾੜਿਆਂ ਦਾ ਕੋਈ ਕੀ ਹੰਕਾਰ ਕਰੂਗਾ? ਸਾਧ ਜੇ ਕਿਸੇ ਨੂੰ ਹੰਕਾਰ ਹੋਊਗਾ ਤੇ ਉਹਨੂੰ ਹੰਕਾਰ ਹੋਊਗਾ ਵੀ ਮੈਂ ਵੱਡਾ ਗਿਆਨੀ, ਮੈਂ ਵੱਡਾ ਧਿਆਨੀ, ਮੈਂ ਵੱਡਾ ਸੇਵਾਦਾਰ, ਮੈਂ ਵੱਡਾ ਨਿਤਨੇਮੀ, ਮੈਂ ਵੱਡਾ ਪ੍ਰੇਮੀ। ਸ਼ੁਭ ਗੁਣਾਂ ਦਾ ਹੰਕਾਰ ਹੋਊਗਾ ਨਾ। ਜਾਕੂਗਾ ਮੈਂ ਵੱਡਾ ਸਾਧੂ, ਮੈਂ ਵੱਡਾ ਸੰਤ। ਕੋਈ ਚੋਰ ਪੁਣੇ ਦਾ ਹੰਕਾਰ ਤਾਂ ਨਹੀਂ ਕਰ ਸਕਦਾ, ਇਹ ਤਾਂ ਨਹੀਂ ਕਹਿ ਸਕਦਾ ਵੀ ਮੈਂ ਵੱਡਾ ਚੋਰ, ਮੈਂ ਵੱਡਾ ਡਾਕੂ, ਮੈਂ ਵੱਡਾ ਬਦਮਾਸ਼। ਉਹਦਾ ਹੰਕਾਰ ਕਿਸੇ ਨੇ ਕੀ ਕਰਨਾ? ਹੰਕਾਰ ਤਾਂ ਚੰਗਿਆਈ ਦਾ ਹੀ ਹੁੰਦਾ ਵਾ, ਚੰਗੇ ਕਰਮਾਂ ਦਾ ਹੀ ਹੁੰਦਾ। ਸੁਖਮਨੀ ਸਾਹਿਬ ਚ ਮਹਾਰਾਜ ਕਹਿੰਦੇ ਆਪਸ ਕਉ ਕਰਮਵੰਤ ਕਹਾਵੈ। ਚੰਗੇ ਕਰਮ ਤਾਂ ਜੀਵ ਨੇ ਸਾਰੀ ਜ਼ਿੰਦਗੀ ਕਰਨੇ ਆ, ਪਰ ਮਹਾਰਾਜ ਕਹਿੰਦੇ ਕਹਾ ਨਾ ਵੀ ਮੈਂ ਚੰਗੇ ਕਰਮ ਕਰਨ ਵਾਲਾ। ਜਪ ਵੀ ਕਰ, ਤਪ ਵੀ ਕਰ, ਸੇਵਾ ਵੀ ਕਰ, ਸੰਜਮ ਵੀ ਰੱਖ, ਪਰ ਬੇਨਤੀ ਇਹ ਕਰ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ। ਮਹਾਰਾਜ ਕਹਿੰਦੇ ਚੰਗਾ ਕਰਮ ਕਰਕੇ ਉਹਦਾ ਹੰਕਾਰ ਨਾ ਕਰ, ਇਹ ਬੇਨਤੀ ਕਰ ਵੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਇਹ ਸੇਵਾ ਦੀ, ਸਿਮਰਨ ਦੀ, ਜਪ ਦੀ, ਤਪ ਦੀ, ਦਾਨ ਦੀ, ਪੁੰਨ ਦੀ ਇਹ ਦਾਤ ਬਖਸ਼ਿਸ਼ ਕੀਤੀ ਹੈ। ਤੁਸੀਂ ਮਹਾਰਾਜ ਮੈਨੂੰ ਇਹ ਕਰਨ ਜੋਗਾ ਬਣਾਇਆ ਤੇ ਮੈਂ ਇਹ ਕੁਝ ਕੀਤਾ, ਆਪ ਜੀ ਨੇ ਕਰਵਾਇਆ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਤੋਤੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਪਰ ਜਿਹੜਾ ਮਹਾਰਾਜ ਕਹਿੰਦੇ ਚੰਗੇ ਕਰਮ ਦਾ ਹੰਕਾਰ ਕਰਦਾ ਹੈ, ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਉਹ ਚੰਗਾ ਕਰਮ ਤਾਂ ਚੰਗਾ ਕੀਤਾ, ਪਰ ਉਹਦੇ ਹੰਕਾਰ ਨੇ ਜੰਮਣਾ ਮਰਨਾ ਦੇਣਾ। ਚੰਗਾ ਕਰਮ ਵੀ ਜਨਮ ਮਰਨ ਦਾ ਕਾਰਨ ਬਣੇਗਾ। ਇੱਕ ਲੋਹੇ ਦੀ ਬੇੜੀ ਆ, ਇੱਕ ਸੋਨੇ ਦੀ ਬੇੜੀ ਆ, ਹੈ ਉਹ ਵੀ ਹੱਥ ਘੜੀ। ਇੱਕ ਮਾੜੇ ਕਰਮਾਂ ਕਰਕੇ ਨਰਕਾਂ ਨੂੰ ਜਾਂਦਾ, ਇੱਕ ਚੰਗੇ ਕੰਮ ਕਰਕੇ ਉਹਨਾਂ ਦਾ ਹੰਕਾਰ ਕਰਕੇ ਵੀ ਨਰਕਾਂ ਨੂੰ ਚਲੇ ਜਾਂਦਾ। ਬੇੜੀ ਤਾਂ ਬੇੜੀ ਹੁੰਦੀ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ।
ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਅੱਗੇ ਮਹਾਰਾਜ ਕਹਿੰਦੇ ਧਨ ਭੂਮਿਕਾ ਜੋ ਕਰੈ ਗੁਮਾਨ, ਜਿਹੜਾ ਧਨ ਦਾ ਗੁਮਾਨ ਕਰਦਾ ਤੇ ਭੂਮੀ ਦਾ ਗੁਮਾਨ ਕਰਦਾ, ਜ਼ਮੀਨ ਦਾ। ਮਹਾਰਾਜ ਕਹਿੰਦੇ ਉਹ ਸੋ ਮੂਰਖ ਅੰਧਾ ਅਗਿਆਨ, ਉਹ ਤਾਂ ਮੂਰਖ ਹੈ, ਅੰਧਾ ਹੈ ਤੇ ਅਗਿਆਨੀ ਹੈ, ਕਿਉਂਕਿ ਉਹਨੂੰ ਇਹ ਪਤਾ ਹੀ ਨਹੀਂ ਵੀ ਇਹ ਧਨ ਸਦਾ ਇੱਕ ਦਾ ਨਹੀਂ ਬਣਦਾ, ਇਹ ਭੂਮੀ ਵੀ ਇੱਕ ਦੀ ਨਹੀਂ ਬਣ ਕੇ ਰਹੀ, ਜ਼ਮੀਨ ਵੀ ਆਪਣੇ ਮਾਲਕ ਬਦਲਦੀ ਰਹਿੰਦੀ ਹੈ ਤੇ ਧਨ ਵੀ ਆਪਣੇ ਮਾਲਕ ਬਦਲਦਾ ਰਹਿੰਦਾ ਹੈ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਰੁਪਈਆ ਅੱਜ ਕਿਸੇ ਕੋਲੇ, ਕੱਲ ਨੂੰ ਕਿਸੇ ਕੋਲੇ, ਪਰਸੋਂ ਨੂੰ ਕਿਸੇ ਕੋਲੇ, ਮਾਇਆ ਤੇ ਚੱਲਣ ਵਾਲੀ ਦਾ ਨਾਮ ਹੈ। ਜ਼ਮੀਨ ਵੀ ਜਿਹੜੀ ਆ ਇਹ ਇੱਕ ਦੀ ਨਹੀਂ ਰਹਿੰਦੀ। ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਅਖੀਰ ਤੇ ਮਹਾਰਾਜ ਨੇ ਆਖਿਆ ਵੀ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ। ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰਦੇ ਆ ਨਾ, ਉਹਦੇ ਅੰਦਰੋਂ ਹੰਕਾਰ ਦੂਰ ਕਰਕੇ ਅੰਦਰ ਦੀ ਨਿਮਰਤਾ ਦੇ ਦਿੰਦੇ। ਅੰਦਰ ਦੀ ਗੱਲ ਕੀਤੀ, ਇੱਕ ਗਰੀਬੀ ਹੁੰਦੀ ਬਾਹਰ ਦੀ, ਇੱਕ ਨਿਮਰਤਾ ਹੁੰਦੀ ਬਾਹਰੋਂ ਹੱਥ ਜੋੜਨ ਦੇ, ਬਾਹਰੋਂ ਝੁਕਣਾ ਤੇ ਅੰਦਰ ਦਾ ਨਾ ਝੁਕਣਾ। ਉਸ ਨੂੰ ਮਹਾਰਾਜ ਨੇ ਇਸ ਤਰ੍ਹਾਂ ਵੀ ਆਖਿਆ ਕਿ ਸੀਸ ਨਵਾਇਆ ਕਿਆ ਥੀਐ, ਜਾਂ ਹਿਰਦਾ ਕੁਸੁੱਧੇ ਜਾਹੇ, ਵੀ ਉਤੋਂ ਸੀਸ ਝੁਕਾ ਦਿੱਤਾ, ਹਿਰਦਾ ਨਹੀਂ ਝੁਕਿਆ ਤੇ ਉਹ ਸਿਰ ਝੁਕਾਉਣ ਦਾ ਕੋਈ ਲਾਭ ਨਹੀਂ। ਪਰ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰਦੇ ਆ ਉਹਨੂੰ ਅੰਦਰ ਦੀ ਨਿਮਰਤਾ ਦਿੰਦੇ। ਉਹਦੇ ਅੰਦਰ ਵੀ ਨਿਮਰਤਾ, ਜਦੋਂ ਅੰਦਰ ਨਿਮਰਤਾ ਆ ਜੇ ਤੇ ਬਾਹਰੋਂ ਤੇ ਆਪੇ ਝੁਕਣਾ ਹੀ ਝੁਕਣਾ। ਫਿਰ ਬਾਹਰੋਂ ਤਾਂ ਸਿਰ ਝੁਕੇਗਾ ਹੀ ਫਿਰ ਜਦੋਂ ਅੰਦਰ ਨਿਮਰਤਾ ਆਊਗੀ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ, ਨਾਨਕ ਈਹਾ ਮੁਕਤ ਆਗੇ ਸੁਖ ਪਾਵੇ। ਇੱਥੇ ਹੀ ਉਹ ਮੁਕਤ ਹੋ ਜਾਂਦਾ ਤੇ ਅੱਗੇ ਸੁਖ ਪਾਉਂਦਾ। ਸਤਿਗੁਰੂ ਕਹਿੰਦੇ ਜੀਵਾਂ ਨੇ ਪ੍ਰਭੂ ਦਾ ਗਿਆਨ ਗਵਾ ਦਿੱਤਾ, ਦੁਐਤ ਭਾਵ ਵਿੱਚ ਲੱਗ ਕਰਕੇ, ਇਸ ਕਰਕੇ ਗਰਭ ਗਲੇ ਹੰਕਾਰ ਵਿੱਚ ਲੱਗ ਕੇ ਗਲ ਗਏ ਜੀਵ। ਬਿਖ ਖਾਇਆ ਤੇ ਵਿਸ਼ੇ ਵਿਕਾਰਾਂ ਦੀ ਬਿਖ ਨੂੰ, ਜ਼ਹਿਰ ਨੂੰ ਜੀਵਾਂ ਨੇ ਖਾਣਾ ਕੀਤਾ ਹੈ। ਵਿਸ਼ਿਆਂ ਨੂੰ ਇਹਨਾਂ ਨੇ ਭੋਗਿਆ ਤੇ ਵਿਸ਼ਿਆਂ ਨੇ ਜੀਵ ਨੂੰ ਖਾ ਲਿਆ। ਇਹ ਜੀਵਾਂ ਨੇ ਵਿਸ਼ੇ ਵਿਕਾਰਾਂ ਦੀ ਬਿਖ ਜ਼ਹਿਰ ਨੂੰ ਖਾਇਆ, ਖਾਧਾ, ਤੇ ਉਹਨਾਂ ਵਿਕਾਰਾਂ ਦੀ ਜ਼ਹਿਰ ਨੇ ਜੀਵ ਨੂੰ ਖਾ ਲਿਆ। ਜਿਵੇਂ ਸ਼ਰਾਬ ਪੀਣ ਵਾਲੇ ਉਹ ਕਹਿੰਦੇ ਵੀ ਮੈਂ ਸ਼ਰਾਬ ਪੀਂਦਾ ਹਾਂ, ਇੱਕ ਕਹਿਣ ਮਾਤਰ ਤਾਂ ਉਹ ਪੀਣ ਵਾਲਾ ਪੀਂਦਾ ਨਾ, ਤੇ ਅਸਲ ਵਿੱਚ ਸ਼ਰਾਬ ਉਹਨੂੰ ਪੀਂਦੀ ਹੈ। ਬੰਦਾ ਨਸ਼ੇ ਨੂੰ ਖਾਂਦਾ ਹੈ, ਇਹ ਗੱਲ ਤਾਂ ਇਹ ਕਹੀ ਜਾਂਦੀ ਵੀ ਇਹ ਬੰਦਾ ਨਸ਼ਾ ਖਾਂਦਾ ਜੀ, ਨਸ਼ਾ ਕਰਦਾ। ਅਸਲ ਵਿੱਚ ਠੀਕ ਆ ਉਹ ਨਸ਼ਾ ਕਰਦਾ, ਪਰ ਨਸ਼ਾ ਵੀ ਉਹਨੂੰ ਖਾਂਦਾ ਹੈ। ਜਿੰਨੇ ਜਿੰਨੇ ਨਸ਼ਾ ਕੀਤਾ, ਨਸ਼ੇ ਨੇ ਮਨੁੱਖ ਨੂੰ ਖਾ ਲਿਆ। ਸ਼ਰਾਬ ਨੂੰ ਪੀਤਾ, ਸ਼ਰਾਬ ਬੰਦੇ ਨੂੰ ਪੀ ਗਈ। ਕਹਿੰਦੇ ਵੀ ਇੰਨੇ ਪਾਣੀ 'ਚ ਨਹੀਂ ਡੁੱਬ ਕੇ ਮਰੇ ਜਿੰਨੇ ਸ਼ਰਾਬ ਦੇ ਵਿੱਚ ਡੁੱਬ ਕੇ ਮਰ ਗਏ। ਇੰਨੇ ਦਰਿਆਵਾਂ ਨਦੀਆਂ 'ਚ ਡੁੱਬ ਕੇ ਨਹੀਂ ਮਰੇ ਜਿੰਨੇ ਨਸ਼ਿਆਂ ਦੇ ਪਾਣੀ 'ਚ ਡੁੱਬ ਕਰਕੇ ਮਰ ਗਏ। ਇਸ ਕਰਕੇ ਵਿਸ਼ਿਆਂ ਨੂੰ ਇਹਨੇ ਖਾਧਾ ਤੇ ਵਿਸ਼ਿਆਂ ਨੇ ਇਹ ਜੀਵਾਂ ਨੂੰ ਖਾ ਲਿਆ। ਮਹਾਰਾਜ ਕਹਿੰਦੇ ਵੀ ਗਰਭ ਹੰਕਾਰ ਵਿੱਚ ਗਲ ਗਏ ਤੇ ਵਿਸ਼ੇ ਵਿਕਾਰਾਂ ਨੇ ਖਾ ਲਿਆ ਜੀਵਾਂ ਨੂੰ। ਗੁਰ ਰਸ ਗੀਤ ਬਾਤ ਨਹੀਂ ਭਾਵੈ ਸੁਣੀਐ। ਗੁਰੂ ਸਾਹਿਬ ਜੀ ਦਾ ਜਿਹੜਾ ਗੀਤ ਹੈ, ਗੀਤ ਕਿਹੜਾ ਹੈ ਗੁਰੂ ਸਾਹਿਬ ਜੀ ਦਾ? ਉਹ ਹੈ ਗੁਰਬਾਣੀ ਦਾ ਕੀਰਤਨ। ਇਹ ਗੁਰੂ ਘਰ ਦਾ ਗੀਤ ਹੈ। ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਜੋ ਗੁਰੂ ਸਾਹਿਬ ਜੀ ਦਾ ਕੀਰਤਨ ਦੇ ਵਿੱਚੋਂ ਰਸ ਪ੍ਰਾਪਤ ਹੋਣਾ ਸੀ, ਇਹ ਰਸ ਵਾਲਾ ਜਿਹੜਾ ਗੀਤ ਹੈ ਗੁਰ ਰਸ ਗੀਤ। ਗੁਰੂ ਸਾਹਿਬ ਜੀ ਦੇ ਕੀਰਤਨ ਦਾ ਇਹ ਗੀਤ, ਕੀਰਤਨ ਦਾ ਰਸ ਤੇ ਬਾਦ ਨਾਮ ਹੈ ਕਥਨ ਦਾ। ਜਿਹੜੀ ਗੁਰੂ ਸਾਹਿਬ ਜੀ ਦੀ ਬਾਣੀ ਦੀ ਕਥਾ ਹੈ, ਨਹੀਂ ਭਾਵੈ ਸੁਣੀਐ, ਨਹੀਂ ਭਾਈ, ਨਹੀਂ ਚੰਗੀ ਲੱਗੀ। ਨਾ ਗੁਰੂ ਕੀ ਬਾਣੀ ਦਾ ਰਸਦਾਇਕ ਕੀਰਤਨ ਰੂਪੀ ਗੀਤ ਹੀ ਸੁਣਨਾ ਚੰਗਾ ਲੱਗਾ ਹੈ, ਤੇ ਨਾ ਗੁਰੂ ਕੀ ਬਾਣੀ ਦੀ ਕਥਾ ਹੀ ਸਰਵਣ ਕਰਨੀ ਭਾਈ ਹੈ, ਨਾ ਇਹ ਕਥਾ ਹੀ ਚੰਗੀ ਲੱਗੀ ਹੈ ਜੀਵਾਂ ਨੂੰ। ਗਹਿਰ ਗੰਭੀਰ ਗਵਾਇਆ। ਇਸ ਕਰਕੇ ਜੋ ਗਹਿਰ ਡੂੰਘਾ ਹੈ, ਗੰਭੀਰ ਨਿਰਹਲ ਹੈ ਪਰਮੇਸ਼ਰ, ਉਸ ਵਾਹਿਗੁਰੂ ਜੀ ਦੇ ਗਿਆਨ ਨੂੰ ਜੀਵਾਂ ਨੇ ਗਵਾ ਲਿਆ। ਉਸ ਗਹਿਰ ਗੰਭੀਰ ਪ੍ਰਭੂ ਨੂੰ ਪ੍ਰਾਪਤ ਕਰਨਾ ਸੀ, ਪਰ ਪ੍ਰਾਪਤ ਨਾ ਕੀਤਾ, ਉਹਨੂੰ ਗਵਾ ਲਿਆ ਜੀਵਾਂ ਨੂੰ। ਭਾਵ ਉਹ ਅੰਦਰ ਹੀ ਸੀ ਗਹਿਰ ਗੰਭੀਰ, ਨੇੜੇ ਹੀ ਵਸਦਾ ਸੀ, ਪਰ ਪ੍ਰਾਪਤੀ ਤਾਂ ਹੋਣੀ ਸੀ ਜੇ ਗੁਰੂ ਕੀ ਬਾਣੀ ਦਾ ਰਸਦਾਇਕ ਗੀਤ, ਗੁਰੂ ਕੀ ਬਾਣੀ ਦਾ ਕੀਰਤਨ ਸੁਣਦੇ, ਜੇ ਗੁਰੂ ਕੀ ਬਾਣੀ ਦੀ ਕਥਾ ਸੁਣਦੇ। ਜੋ ਕਥਾ ਕੀਰਤਨ ਦੇ ਰਾਹੀਂ ਉਪਦੇਸ਼ ਪ੍ਰਾਪਤ ਹੁੰਦਾ ਉਹਨੂੰ ਹਿਰਦੇ ਵਸਾਉਂਦੇ ਤੇ ਗਹਿਰ ਗੰਭੀਰ ਪ੍ਰਭੂ ਦੀ ਪ੍ਰਾਪਤੀ ਹੋ ਜਾਣੀ ਸੀ। ਪਰ ਨਹੀਂ ਚੰਗੀ ਲੱਗੀ ਗੁਰੂ ਕੀ ਬਾਣੀ ਦੀ ਕਥਾ, ਨਹੀਂ ਚੰਗਾ ਲੱਗਾ ਗੁਰੂ ਕੀ ਬਾਣੀ ਦਾ ਕੀਰਤਨ। ਇਸ ਕਰਕੇ ਗਹਿਰ ਗੰਭੀਰ ਪਰਮੇਸ਼ਰ ਨੂੰ ਗਵਾ ਹੀ ਲਿਆ, ਪ੍ਰਾਪਤ ਨਹੀਂ ਕੀਤਾ। ਗੁਰ ਸਤ ਕਹਿਆ ਅੰਮ੍ਰਿਤ ਗਾਹਿਆ। ਤੋ ਇਸੇ ਪ੍ਰਕਾਰ ਦੂਸਰਾ ਵੀ ਮਹਾਂਪੁਰਖਾਂ ਨੇ ਅਰਥ ਕੀਤਾ ਹੈ
ਕਿ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦਾ ਸੱਚਾ ਕਿਹਾ ਹੋਇਆ ਉਪਦੇਸ਼ ਹਿਰਦੇ ਨੂੰ ਚੰਗਾ ਲੱਗਾ ਹੈ ਨਾ, ਉਹਨਾਂ ਨੇ ਫਿਰ ਗਿਆਨ ਗਵਾਇਆ, ਦੂਜਾ ਪਾਇਆ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਗਿਆਨ ਨੂੰ ਪ੍ਰਾਪਤ ਕੀਤਾ ਤੇ ਦ્વੈਤ ਭਾਵ ਨੂੰ ਹਿਰਦੇ ਚੋਂ ਗਵਾ ਦਿੱਤਾ। ਗਰਭ ਗਲੇ ਬਿਖ ਖਾਇਆ, ਉਹਨਾਂ ਦੇ ਅੰਦਰੋਂ ਹੰਕਾਰ ਆਦਿਕ ਵੀ ਗਲ ਗਿਆ ਤੇ ਉਹਨਾਂ ਦੇ ਅੰਦਰੋਂ ਬਿਖ ਵਿਸ਼ੇ ਵਿਕਾਰਾਂ ਦੀ ਉਹ ਵੀ ਖੈ ਹੋ ਗਈ। ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ, ਤਾਂ ਉਹਨਾਂ ਨੇ ਫਿਰ ਗੁਰੂ ਸਾਹਿਬ ਜੀ ਦੇ ਨਾਮ ਰਸ ਨੂੰ ਪ੍ਰਾਪਤ ਕੀਤਾ। ਸੰਸਾਰੀ ਗੀਤ ਤੇ ਸੰਸਾਰੀ ਬਾਦ ਵਿਅਰਥ ਜਿਹੜੇ ਝਗੜੇ ਦੀਆਂ ਚਰਚਾ ਹਨ, ਉਹ ਨਹੀਂ ਉਹਨਾਂ ਨੂੰ ਸੁਣਨੀਆਂ ਚੰਗੀਆਂ ਲੱਗੀਆਂ। ਨਾ ਗੰਦੇ ਗੀਤ ਉਹ ਸੁਣਦੇ ਆ, ਨਾ ਹੋਰ ਵਿਅਰਥ ਵਿਚਾਰਾਂ ਸੁਣਦੇ ਹਨ। ਗਹਿਰ ਗੰਭੀਰ ਪ੍ਰਭੂ ਜੋ ਨਿਰਹਲ ਤੇ ਡੂੰਘਾ, ਉਸ ਨੂੰ ਪ੍ਰਾਪਤ ਕਰ ਲਿਆ। ਇਸ ਕਰਕੇ ਉਹਨਾਂ ਨੇ ਅਗਿਆਨ ਨੂੰ ਗਵਾ ਦਿੱਤਾ। ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਗੁਰੂ ਸਾਹਿਬ ਜੀ ਨੇ ਸੱਚਾ ਉਪਦੇਸ਼ ਕਹਿਣਾ ਕੀਤਾ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਸਾਹਿਬ ਜੀ ਦਾ ਉਪਦੇਸ਼, ਗੁਰੂ ਕੀ ਸਿੱਖਿਆ ਲੈ ਕੇ ਗੁਰੂ ਸਾਹਿਬ ਜੀ ਦੇ ਰਾਹੀਂ ਸੱਚੇ ਪ੍ਰਭੂ ਨੂੰ ਕਹਿਆ ਉਚਾਰਨ ਕੀਤਾ ਹੈ, ਉਹਨਾਂ ਨੇ ਫਿਰ ਅੰਮ੍ਰਿਤ ਨੂੰ ਲਹਿਆ ਪ੍ਰਾਪਤ ਕੀਤਾ ਹੈ। ਮਨ ਤਨ ਸਾਚ ਸੁਖਾਇਆ, ਉਹਨਾਂ ਦੇ ਮਨ ਵਿੱਚ ਵੀ ਉਹਨਾਂ ਦੇ ਤਨ ਵਿੱਚ ਵੀ ਸੱਚਾ ਪ੍ਰਭੂ ਦਾ ਨਾਮ ਸੁਖਾ ਗਿਆ ਹੈ। ਉਹਨਾਂ ਨੂੰ ਸਿਖਾਇਆ, ਉਹਨਾਂ ਨੂੰ ਚੰਗਾ ਲੱਗਾ ਹੈ, ਉਹਨਾਂ ਨੂੰ ਸਿਖਾ ਗਿਆ, ਉਹਨਾਂ ਨੂੰ ਭਾ ਗਿਆ ਹੈ। ਉਹ ਸੱਚੇ ਦੇ ਨਾਲ ਜੁੜ ਗਏ, ਉਹਨਾਂ ਨੇ ਸੁਖ ਸਰੂਪ ਪਰਮੇਸ਼ਰ ਸੱਚੇ ਦੀ ਪ੍ਰਾਪਤੀ ਕੀਤੀ ਹੈ। ਆਪੇ ਗੁਰਮੁਖ ਆਪੇ ਲੇਵੈ। ਮਹਾਰਾਜ ਚੌਥੀ ਪੌੜੀ ਦੱਖਣੀ ਓੰਕਾਰ ਦੀ ਸਮਾਪਤ ਕਰਦਿਆਂ ਹੋਇਆਂ ਜਗਤ ਗੁਰੂ ਜੀ ਫਰਮਾਉਂਦੇ ਹਨ ਵੀ ਭਾਈ ਇਹ ਸਾਰੀ ਕਲਾ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੀ ਹੈ। ਆਪੇ ਗੁਰਮੁਖ, ਆਪ ਹੀ ਉਹ ਪਰਮੇਸ਼ਰ ਮੁਖੀ ਗੁਰੂ ਰੂਪ ਹੈ। ਆਪ ਹੀ ਉਹ ਗੁਰੂ ਰੂਪ ਹੋ ਕਰਕੇ ਆਪੇ ਦੇਵੈ, ਆਪ ਹੀ ਉਪਦੇਸ਼ ਦੇ ਕਰਕੇ, ਸਿੱਖਿਆ ਦੇ ਕਰਕੇ ਆਪ ਹੀ ਨਾਮ ਦੀ ਦਾਤ ਪ੍ਰਭੂ ਜੀ ਦਿੰਦੇ ਹਨ। ਆਪੇ ਗੁਰਮੁਖ, ਆਪ ਹੀ ਉਹ ਜੀਵਾਂ ਨੂੰ ਗੁਰਮੁਖ ਬਣਾਉਂਦੇ ਆ। ਆਪੇ ਦੇਵੈ, ਆਪ ਹੀ ਨਾਮ ਬਾਣੀ ਬ੍ਰਹਮ ਗਿਆਨ ਦੀ ਅੰਮ੍ਰਿਤ ਦੀ ਦਾਤ ਦਿੰਦੇ ਹਨ। ਆਪੇ ਅੰਮ੍ਰਿਤ ਪੀਆਇਆ, ਤੇ ਆਪ ਹੀ ਗੁਰੂ ਰੂਪ ਹੋ ਕਰਕੇ ਤੇ ਸੰਸਾਰ ਦੇ ਜੀਵਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਿਆਇਆ ਹੈ, ਨਾਮ ਦਾ ਅੰਮ੍ਰਿਤ ਪਿਆਇਆ ਹੈ, ਬਾਣੀ ਦਾ ਅੰਮ੍ਰਿਤ ਪਿਆਇਆ ਹੈ। ਮਹਾਰਾਜ ਦਾ ਨਾਮ ਵਾਹਿਗੁਰੂ ਵਾਹਿਗੁਰੂ ਇਹ ਅੰਮ੍ਰਿਤ ਹੈ। ਗਰੀਬ ਨਵਾਜ ਸਾਹਿਬ ਕਹਿੰਦੇ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਉਹ ਮਨ ਤਨ ਤ੍ਰਪੀਐ। ਵਾਰ ਵਾਹਿਗੁਰੂ ਵਾਹਿਗੁਰੂ ਜਪੀਏ ਤੇ ਅੰਮ੍ਰਿਤ ਪੀ ਕੇ ਮਨ ਤਨ ਨੂੰ ਰਜਾ ਲਈਏ, ਤ੍ਰਿਪਤ ਕਰ ਲਈਏ। ਗੁਰੂ ਕੀ ਬਾਣੀ ਸਾਰੀ ਅੰਮ੍ਰਿਤ ਰੂਪ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਪਰ ਇਹ ਨਾਮ ਬਾਣੀ ਦਾ ਅੰਮ੍ਰਿਤ ਪ੍ਰਾਪਤ ਕਰਨ ਵਾਸਤੇ ਜੋ ਗੁਰੂ ਸਾਹਿਬ ਨੇ ਮਰਿਆਦਾ ਬਣਾਈ ਹੈ, ਅੰਮ੍ਰਿਤ ਦੀ ਦਾਤ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ। ਪਹਿਲੇ ਸਰੂਪ ਤੋਂ ਲੈ ਕੇ 9ਵੇਂ ਸਰੂਪ ਤੱਕ ਚਰਨ ਪੌਲ ਦਾ ਅੰਮ੍ਰਿਤ ਵੀ ਸਿੱਖਾਂ ਨੂੰ ਬਖਸ਼ਿਆ। ਚਰਨ ਪੌਲ ਦਾ ਅੰਮ੍ਰਿਤ ਦੇ ਕੇ ਨਾਮ ਬਾਣੀ ਦਾ ਅੰਮ੍ਰਿਤ ਬਖਸ਼ਿਆ। ਫਿਰ 10ਵੇਂ ਜਾਮੇ ਵਿੱਚ ਵਿਸਾਖੀ ਵਾਲੇ ਦਿਹਾੜੇ ਤੇ 1699 ਈਸਵੀ 30 ਮਾਰਚ 1756 ਬਿਕਰਮੀ ਸੰਮਤ ਨੂੰ ਫਿਰ ਮਹਾਰਾਜ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ। ਆਪ ਹੀ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਪੀ ਆਇਆ ਹੈ। ਤੇ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਪੀਤਾ, ਫਿਰ ਨਾਮ ਦਾ, ਗੁਰਮੰਤਰ, ਮੂਲ ਮੰਤਰ ਦਾ, ਗੁਰੂ ਕੀ ਬਾਣੀ ਦਾ ਅਭਿਆਸ ਕੀਤਾ ਤੇ ਫਿਰ ਉਹਨਾਂ ਨੇ ਜਿਹੜਾ ਅੰਮ੍ਰਿਤ ਅੰਦਰ ਮਹਾਰਾਜ ਨੇ ਰੱਖਿਆ ਹੈ ਨਾ, ਇਹ ਅੰਤਰ ਖੂਟਾ ਅੰਮ੍ਰਿਤ ਭਰਿਆ, ਸਬਦੇ ਕਾਢ ਪੀਐ ਪਨਿਹਾਰੀ। ਗੁਰੂ ਕੇ ਸ਼ਬਦ ਦੇ ਨਾਲ ਪ੍ਰੀਤ ਪਾ ਕਰਕੇ, ਸ਼ਬਦ ਨਾਲ ਸਾਂਝ ਪਾ ਕਰਕੇ, ਫਿਰ ਨਾਮ ਬਾਣੀ ਦਾ ਅਭਿਆਸ ਕਰਕੇ ਅੰਮ੍ਰਿਤ ਪ੍ਰਾਪਤ ਕੀਤਾ ਹੈ। ਉਹਨਾਂ ਦਾ ਜੀਵਨ ਹੀ ਅੰਮ੍ਰਿਤ ਰੂਪ ਹੋ ਗਿਆ। ਅੰਮ੍ਰਿਤ ਮ੍ਰਿਤੂ ਤੋਂ ਰਹਿਤ ਹੋ ਗਏ, ਅਮਰ ਹੋ ਗਏ। ਤੋ ਆਪ ਹੀ ਮਹਾਰਾਜ ਸਾਹਿਬ ਜੀ ਗੁਰੂ ਰੂਪ ਹੋ ਕਰਕੇ ਉਪਦੇਸ਼ ਦਿੰਦੇ ਆ ਤੇ ਆਪ ਹੀ ਜਗਿਆਸੂਆਂ ਨੂੰ ਅੰਮ੍ਰਿਤ ਪੀ ਆਉਂਦੇ ਆ। ਇਹ ਮਹਾਰਾਜ ਸਾਹਿਬ ਜੀ ਦੀ ਆਪਣੀ ਮਹਿਮਾ ਹੈ। ਵਹਿ ਪ੍ਰਗਟਿਓ ਮਰਦਿਆ ਗਮੜਾ ਵਰੀ ਆਮੇ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪ ਹੀ ਗੁਰੂ ਰੂਪ ਹੋ ਕਰਕੇ ਅੰਮ੍ਰਿਤ ਦਿੰਦੇ ਆ। ਪੰਜਾਂ ਪਿਆਰਿਆਂ ਨੂੰ ਸਾਜ ਦਿੱਤੇ, ਆਪ ਹੀ ਪੰਜਾਂ ਪਿਆਰਿਆਂ ਤੋਂ ਚੇਲਾ ਰੂਪ ਹੋ ਕਰਕੇ ਅੰਮ੍ਰਿਤ ਪੀਂਦੇ ਵੀ ਆ। ਤੋ ਸਤਿਗੁਰੂ ਸਾਹਿਬ ਜੀ ਨੇ ਇਹ ਚੌਥੀ ਪੌੜੀ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ
ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣੀ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ। ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪੀਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।